ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਹੋਰੀ ਏਕ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਪਰਮ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜੇ ਕੋ पूछे प्रश्न ये किम कहे शहीद वख्यात। ये पयो किताब हजूर ते को पिछे कहीं किन बात। वाहिगुरु जी का खालसा वाहिगुरु जी की फतेह। परम सत्कारयोग सम्मानयोग गुरु की साजी और नवाजी हुई गुरु का खास रूप गुरु खालसा साध संगत जियो धनता दे पात्र हो के नेता प्रति जगत गुरु श्री गुरु ग्रंथ साहिब जी महाराज जी के पवित्र पावन हजूरी च हाजरियां भर के आप जी अपने जीवन दीयां घड़ियां गुरु लेखे ला के सफलियां सकारथा करते हो। सतगुरां दी रब्बी बाणी दे शब्द कीर्तन आप जी ने सरवण कीते हैं। श्री गुर पंथ प्रकाश इस पवित्र इतिहास दे ग्रंथ दी लड़ीवार कथा गुरु पंथ दी कथा आप जी बहुत ही अदब नाल सत्कार नाल सरवण कर रहे हो। ये 18वीं सदी का सारा इतिहास है। जिस सदी विच पंथ ने
ਬੇਅੰਤ ਕੁਰਬਾਨੀਆਂ ਕੀਤੀਆਂ। ਵੱਡੀਆਂ ਘਾਲਣਾਵਾਂ ਘਾਲੀਆਂ ਨੇ। ਸਮੇਂ ਦੀ ਜਰਵਾਣੀ ਸਰਕਾਰ ਨਾਲ ਜੰਗ ਲੜੇ ਨੇ। ਅਬਦਾਲੀ ਵਰਗੇ, ਨਾਦਰ ਵਰਗੇ ਦੁਸ਼ਟਾਂ ਦਾ ਮੁਕਾਬਲਾ ਕੀਤਾ। ਘੱਲੂਘਾਰਿਆਂ ਦੀ ਕਥਾ। ਦਸਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਕੁਝ ਕੁ ਕੱਚੇ ਪਿੱਲੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ ਸੀ। ਉਹਨਾਂ ਦਾ ਕੁਝ ਕਾਂ ਦਾ ਜ਼ਿਕਰ ਆ ਰਿਹਾ ਹੈ, ਜਿਨ੍ਹਾਂ ਵਿੱਚੋਂ ਕੱਲ ਦੀ ਕਥਾ ਵਿੱਚ ਆਪ ਜੀ ਨੇ ਬਾਬਾ ਗੁਲਾਬ ਰਾਏ ਜੀ ਦਾ ਪ੍ਰਸੰਗ ਸਰਵਣ ਕੀਤਾ ਹੈ ਕਿ ਕਿਵੇਂ ਗੁਲਾਬ ਰਾਏ ਦਾ ਅੰਤ ਹੋਇਆ, ਉਹਦੇ ਪਰਿਵਾਰ ਦਾ ਅੰਤ ਹੋਇਆ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਤੇ ਕਿਵੇਂ ਕਿਰਪਾ ਕਰਦੇ ਨੇ, ਉਹਦੀ ਇੱਕ ਛੋਟੀ ਜਿਹੀ ਘਟਨਾ ਭਾਈ ਰਤਨ ਸਿੰਘ ਜੀ ਨੇ ਵਰਣਨ ਕੀਤੀ ਸੀ, ਜੋ ਕੱਲ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਵੇਂ ਇੱਕ ਗਰੀਬ ਸਿੱਖ ਦੀ ਕੱਚੀ ਛਾਨਣਾ ਮਹਾਰਾਜ ਜੀ ਨੇ ਪੱਕੇ ਮਕਾਨ ਵਿੱਚ ਬਦਲੀ, ਦਇਆ ਕਰਕੇ, ਕਿਰਪਾ ਕਰਕੇ। ਕੁਝ ਕੁ ਜੇਕਰ ਗੁਰੂ ਘਰ ਦੇ ਵਿੱਚ ਸ਼ਹੀਦਾਂ ਦਾ ਬੜਾ ਵੱਡਾ ਰੁਤਬਾ ਹੈ। ਪਹਿਲੇ ਸ਼ਹੀਦ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ। ਛੇਵੇਂ ਪਾਤਸ਼ਾਹ ਦੇ ਸਮੇਂ ਬੇਅੰਤ ਸ਼ਹੀਦੀਆਂ ਹੋਈਆਂ ਸਿੱਖਾਂ ਦੀਆਂ ਜੰਗਾਂ 'ਚ। ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੈ। ਦਸਵੇਂ ਪਾਤਸ਼ਾਹ ਦੇ ਸਮੇਂ ਬੇਅੰਤ ਸ਼ਹੀਦ ਹੋਏ, ਜਿਹੜੇ ਆਪਣਾ ਆਪਾ ਆਪਣੇ ਗੁਰੂ ਤੋਂ ਕੁਰਬਾਨ ਕਰ ਗਏ। ਪਰ ਜਿਉਂਦੇ ਜੀ ਸ਼ਹੀਦ ਦੀ ਪਦਵੀ ਜਿਨ੍ਹਾਂ ਗੁਰਸਿੱਖਾਂ ਨੂੰ ਸਭ ਤੋਂ ਪਹਿਲਾਂ ਗੁਰਸਿੱਖਾਂ ਨੂੰ ਪ੍ਰਾਪਤ ਹੋਈ, ਭਾਈ ਰਤਨ ਸਿੰਘ ਜੀ ਅੱਜ ਉਹਨਾਂ ਦਾ ਜ਼ਿਕਰ ਕਰਨ ਲੱਗੇ ਨੇ। ਆਓ ਕੁਝ ਸਮੇਂ ਲਈ ਸਤਿਗੁਰੂ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਹਿਰਦਿਆਂ 'ਚ ਵਸਾਉਂਦਿਆਂ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਐਸਾ ਸੋਹਣਾ ਸਰੂਪ ਆਪਣੇ ਹਿਰਦਿਆਂ 'ਚ ਵਸਾਉਂਦਿਆਂ, ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੇ ਕੋ ਪੁੱਛੇ ਪ੍ਰਸ਼ਨ ਇਹ ਕਿਮ ਕਹੇ ਸ਼ਹੀਦ ਵਖਿਆਤ। ਹੁਣ ਜੇ ਕੋਈ ਆਖੇ ਕਿ ਸ਼ਹੀਦਾਂ ਦੀ ਵਿਆਖਿਆ ਕੀਤੀ ਜਾਵੇ ਤੇ ਸ਼ਹੀਦ ਕਈ ਪ੍ਰਕਾਰ ਦੇ ਕਹੇ ਨੇ, ਪਰ ਜਿਉਂਦਿਆਂ ਜੀ ਸ਼ਹੀਦ ਦੀ ਪਦਵੀ ਕਿਸੇ ਨੂੰ ਪ੍ਰਾਪਤ ਹੋਈ ਹੋਵੇ, ਉਹ ਵਿਆਖਿਆ ਕਰਨੀ ਹੋਵੇ। ਇਹ ਭਇਓ ਖਿਤਾਬ ਹਜ਼ੂਰ ਤੇ ਕੋ ਪਿੱਛੇ ਕਈ ਕਿਨੇ ਬਾਤ। ਜਿਉਂਦਿਆਂ ਜੀ ਸ਼ਹੀਦ ਦੀ ਪਦਵੀ ਗੁਰੂ ਸਾਹਿਬ ਜੀ ਦੇ ਸਮੇਂ ਪ੍ਰਾਪਤ ਹੋਈ ਕਿਸੇ ਸਿੱਖ ਨੂੰ, ਜਾਂ ਸਤਿਗੁਰਾਂ ਦੇ ਸੱਚਖੰਡ ਜਾਣ ਤੋਂ ਬਾਅਦ 'ਚ ਪ੍ਰਗਟ ਹੋਈ। ਹਾਂਜੀ, ਚੌਪਈ ਤਾਂ ਕੋ ਉੱਤਰ ਐਸੋ ਦਈਏ। ਕਹਿੰਦੇ ਇਸ ਸਵਾਲ ਦਾ ਜਵਾਬ ਇਸ ਤਰ੍ਹਾਂ ਦੇਣਾ ਚਾਹੀਏ, ਜੈਸੀ ਸੁਨਿਓ ਤੈਸ ਬਤਈਏ। ਕਹਿੰਦੇ ਜਿਵੇਂ ਮੈਂ ਸੁਣਿਆ ਆਪਣੇ ਬਜ਼ੁਰਗਾਂ ਕੋਲੋਂ, ਆਪਣੇ ਵਡੇਰਿਆਂ ਕੋਲੋਂ, ਮੈਂ ਉਸ ਤਰ੍ਹਾਂ ਤੁਹਾਨੂੰ ਸੁਣਾਉਂਦਾ ਹਾਂ, ਦੱਸਦਾ ਹਾਂ। ਜੋ ਮੈਂ ਸੁਣੀ ਬਡਨ ਤੇ ਸਾਖੀ। ਮੈਂ ਆਪਣੇ ਬਜ਼ੁਰਗਾਂ ਕੋਲੋਂ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਤੋਂ ਸੁਣੀ ਹੈ
ਕਹਿੰਦੇ ਉਸ ਤਰ੍ਹਾਂ ਮੈਂ ਤੁਹਾਨੂੰ ਸੁਣਾਉਂਦਾ ਹਾਂ। ਬੁੱਧ ਅਨਸਾਰ ਸੋ ਕਰ ਪਾਖੀ। ਮੈਂ ਉਸੇ ਤਰ੍ਹਾਂ ਆਪਣੀ ਬੁੱਧੀ ਅਨੁਸਾਰ ਵਰਣਨ ਕਰਕੇ ਤੁਹਾਨੂੰ ਸੁਣਾਵਾਂਗਾ। ਦੋਹਰਾ ਇੱਕ ਦਿਨ ਸਤਿਗੁਰ ਦਮ ਦਮੇ ਬੈਠੇ ਮੰਜੀ ਲਾਏ। ਕਲਗੀਧਰ ਜੀ ਇੱਕ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਗੱਦੀ ਤੇ ਬੈਠੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਸੰਗਤ ਨੂੰ ਦਰਸ਼ਨ ਦੇ ਰਹੇ ਸਨ। ਹਾਂਜੀ, ਸ਼ਬਦ ਉਚਾਰ ਤੇ ਆਇਓ ਇੱਕ ਸਿੱਖ ਸਤਿਗੁਰ ਪਾਏ। ਇਹਨੇ ਨੂੰ ਇੱਕ ਸਿੱਖ ਆਪਣੇ ਮੂੰਹ ਉਹਨੇ ਕੋਈ ਧਾਰਨਾ ਬਣਾਈ ਹੋਈ, ਜਿਵੇਂ ਕੋਈ ਛੰਦ ਬਣਾ ਲਈਦਾ, ਉਹ ਛੰਦ ਬਣਾ ਕੇ ਤੇ ਉਹ ਸਿੱਖ ਸਤਿਗੁਰਾਂ ਦੇ ਦਰਬਾਰ ਵਿੱਚ ਗਾਉਂਦਾ ਆ ਰਿਹਾ ਹੈ। ਅੜਿਲ ਸਿੱਖਾਂ ਸੰਦੇ ਪੁੱਤਰ ਸਾਕਤ ਹੋਏ ਗਏ। ਉਹਨੇ ਆਖਿਆ ਕਿ ਕਲੀ ਕਾਲ ਦਾ ਸਮਾਂ ਮਹਾਰਾਜ, ਸਿੱਖਾਂ ਦੇ ਪੁੱਤਰ ਵੀ ਜਿਹੜੇ ਨੇ ਉਹ ਕਈ ਸਾਕਤ ਹੋ ਗਏ ਨੇ। ਕਲੀ ਕਾਲ ਦਾ ਵਰਤਾਰਾ, ਸਿੱਖਾਂ ਦੇ ਜਿਹੜੇ ਬੱਚੇ ਨੇ, ਸਿੱਖਾਂ ਦੇ ਜਿਹੜੇ ਪੁੱਤਰ ਨੇ ਮਹਾਰਾਜ, ਉਹ ਵੀ ਸਾਕਤ ਹੋ ਗਏ ਨੇ। ਉਦੋਂ ਵੀ ਹੋਏ ਹੋਣਗੇ, ਤਦੇ ਹੀ ਕਿਹਾ ਨਾ। ਇਹ ਨਹੀਂ ਵੀ ਅੱਜ ਹੀ ਸਾਕਤ ਹੋਏ ਨੇ। ਸਿੱਖਾਂ ਦੇ ਬਹੁਤ ਸਾਰੇ ਬੱਚੇ ਜਿਹੜੇ ਪਤਿਤ ਹੋ ਗਏ, ਸਿੱਖੀ ਦੇ ਮਾਰਗ ਤੋਂ ਖੁੰਝ ਕੇ ਭੈੜਿਆਂ ਰਾਹਾਂ ਤੇ ਚੱਲ ਪਏ, ਨਸ਼ਿਆਂ ਦੀਆਂ ਆਦਤਾਂ ਦੇ ਵਿੱਚ ਗਲਤ ਹੋ ਗਏ। ਉਦੋਂ ਵੀ ਹੋਏ ਹੋਣਗੇ ਕੁਝ, ਹੁਣ ਗਿਣਤੀ ਵੱਧ ਹੈ। ਕਹਿਣ ਲੱਗਾ ਮਹਾਰਾਜ, ਜਿਹੜੇ ਸਿੱਖਾਂ ਦੇ ਬੱਚੇ ਨੇ ਕਈਆਂ ਦੇ, ਉਹ ਸਾਕਤ ਹੋ ਗਏ ਨੇ। ਕਲ ਯੁਗ ਕੈ ਪ੍ਰਸਾਦ ਸਿੱਖਿਓ ਆ ਸਿੱਖ ਪਏ। ਕਲ ਯੁਗ ਦਾ ਅਸਰ ਹੋਇਆ, ਕਲ ਯੁਗ ਦਾ ਪ੍ਰਭਾਵ ਪਿਆ ਬਹੁਤ ਸਾਰਿਆਂ ਤੇ, ਜਿਹੜੇ ਸਿੱਖ ਤੋਂ ਅਸਿੱਖ ਹੋ ਗਏ ਨੇ। ਹਾਂਜੀ, ਇਹ ਸੁਨ ਸਿੱਖ ਕੇ ਬਚਨ ਸ਼੍ਰੀ ਗੁਰਿਓ ਕਹੇ। ਮਹਾਰਾਜ ਕਲਗੀਧਰ ਜੀ ਨੇ ਸੁਣ ਕੇ ਅੱਗੋਂ ਜਵਾਬ ਦਿੱਤਾ, ਬੋਲੇ, ਹੋ ਕੱਚੇ ਗਏ ਅਚਲ ਸੱਚੇ ਸੁਖ ਲੈ ਗਏ। ਮਹਾਰਾਜ ਜੀ ਕਹਿੰਦੇ ਆ, ਸਿੱਖਾ ਜਿਹੜੇ ਕੱਚੇ ਨੇ ਨਾ ਉਹ ਤਾਂ ਗਏ, ਪਰ ਜਿਹੜੇ ਸੱਚੇ ਨੇ ਉਹ ਸਦਾ ਵਾਸਤੇ ਅਚਲ ਹੋ ਗਏ ਨੇ। ਜਿਹੜੇ ਕੱਚੇ ਪਿੱਲੇ ਆ ਉਹ ਤਾਂ ਗਏ ਨੇ, ਉਹ ਤਾਂ ਸਿੱਖਾਂ ਦੀ ਗਿਣਤੀ ਚ ਉਹਨਾਂ ਨੂੰ ਗਿਣੋ ਹੀ ਨਾ। ਜਿਹੜੇ ਸੱਚੇ ਨੇ ਉਹ ਅਚਲ ਹੋ ਗਏ ਨੇ, ਸदैवी ਕਾਲ ਲਈ ਅਚਲ ਹੋ ਗਏ ਨੇ। ਹਮਰੀ ਸੰਗਤ ਮਾਏ ਸਿੱਖ ਅਬ ਹੈ ਕਈ। ਹੁਣ ਉਹ ਮਹਾਰਾਜ ਜੀ ਕਹਿੰਦੇ ਸਾਡੀ ਸੰਗਤ ਵਿੱਚ ਵੀ ਇਹੋ ਜਿਹੇ ਬਹੁਤ ਸਿੱਖ ਨੇ ਜਿਹੜੇ ਸदैवी ਕਾਲ ਲਈ ਅਚਲ ਹੋ ਗਏ ਹਨ। ਸਤਜੁਗ ਐਸੀ ਰੀਤ ਉਹਨੇ ਕਲ ਮਦ ਠਈ। ਉਹਨਾਂ ਨੂੰ ਕਲਯੁਗ ਦਾ ਪਤਾ ਹੀ ਨਹੀਂ। ਜਿਹੜੇ ਸਾਡੇ ਸਿੱਖ ਸਾਡੀ ਸੰਗਤ ਵਿੱਚ ਇਸ ਵੇਲੇ ਵੀ ਨੇ ਨਾ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਲਯੁਗ ਦਾ ਪਤਾ ਹੀ ਨਹੀਂ। ਉਹਨਾਂ ਵਾਸਤੇ ਤਾਂ ਹੁਣ ਵੀ ਸਤਯੁਗ ਹੀ ਹੈ। ਕਲਯੁਗ ਕਿਹਨਾਂ ਵਾਸਤੇ ਹੈ? ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹਨੀ, ਜਿਨ੍ਹਾਂ ਨੇ ਭਜਨ ਨਹੀਂ ਕਰਨਾ, ਜਿਨ੍ਹਾਂ ਸੰਗਤ ਨਹੀਂ ਕਰਨੀ, ਜਿਨ੍ਹਾਂ ਕਥਾ ਕੀਰਤਨ ਨਹੀਂ ਸੁਣਨਾ। ਕਲਯੁਗ ਉਹਨਾਂ ਵਾਸਤੇ ਹੈ ਨਾ। ਤੇ ਜਿਹੜੇ ਭਜਨ ਕਰਨ, ਬਾਣੀ ਪੜ੍ਹਨ, ਸਿਮਰਨ ਕਰਨ, ਭਲੇ ਕਰਮ ਕਰਨ, ਉਹਨਾਂ ਵਾਸਤੇ ਕਲਯੁਗ ਥੋੜੀ ਹੈ। ਕਲਯੁਗ ਕਦੋਂ ਹੁੰਦਾ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜੇ ਇੱਕ ਘੜੀ ਮਾਤਰ ਗੁਰੂ ਸਾਹਿਬ ਨੂੰ ਨਾ ਮਿਲੀਏ ਫਿਰ ਕਹੀਏ ਵੀ ਕਲਯੁਗ ਹੈ। ਜੇ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਨੇ, ਮਹਾਰਾਜ ਜੀ ਦੇ ਦੀਦਾਰ ਹੋ ਰਹੇ ਨੇ, ਫਿਰ ਕਾਹਦਾ ਕਲਯੁਗ? ਫਿਰ ਤਾਂ ਕਲਯੁਗ ਚ ਸਤਿਯੁਗ ਵਰਤ ਰਿਹਾ ਨਾ। ਮਹਾਰਾਜ ਜੀ ਕਹਿੰਦੇ ਹੁਣ ਵੀ ਸਾਡੇ ਇਸ ਵੇਲੇ ਬੇਅੰਤ ਸਿੱਖ ਨੇ ਸਾਡੀ ਸੰਗਤ ਵਿੱਚ, ਜਿਹੜੇ ਅਚਲ ਹੋ ਗਏ ਨੇ ਸदैवी ਕਾਲ ਲਈ, ਔਰ ਉਹਨਾਂ ਲਈ ਕਲਯੁਗ ਨਹੀਂ ਹੈ। ਉਹਨਾਂ ਵਾਸਤੇ ਤਾਂ ਇਸ ਕਲਯੁਗ ਵਿੱਚ ਵੀ ਸਤਯੁਗ ਹੈ। ਤੋ ਸ਼੍ਰੀ ਗੁਰ ਸੋ ਕਹਿਓ ਸਿੱਖਨ ਕੋ ਹਮੇ ਦਿਖਾਈਏ। ਸਿੱਖ ਬੋਲਿਆ, ਕਹਿੰਦਾ ਮਹਾਰਾਜ ਉਹਨਾਂ ਦੇ ਦਰਸ਼ਨ ਕਰਾਓ ਫਿਰ ਸਾਨੂੰ। ਜਿਹੜੇ ਇਹੋ ਜਿਹੇ ਸਿੱਖ ਨੇ ਤੁਹਾਡੇ, ਉਹਨਾਂ ਦੇ ਦਰਸ਼ਨ ਸਾਨੂੰ ਵੀ ਕਰਾਓ। ਹੋਵੇ ਪਾਪ ਹਮ ਦੂਰ ਜਿਮ ਸੁਦਾ ਸੋ ਨਾਈਏ। ਮਹਾਰਾਜ ਜੀ ਸਾਡੇ ਪਾਪ ਕਰਮ ਦੂਰ ਹੋਣ ਤੇ ਅਸੀਂ ਅੰਮ੍ਰਿਤ ਚ ਨਹਾਈਏ, ਐਸੀ ਕਿਰਪਾ ਕਰੋ। ਚੌਪਈ ਕਰਿਓ ਚਰਿਤ੍ਰ ਸਿੱਖਨ ਕੇ ਕਾਰਨ। ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੀ ਪਰਖ ਕਰਨ ਵਾਸਤੇ ਫਿਰ ਕੌਤਕ ਕੀਤਾ। ਜਿਹੜਾ 1699 ਦੀ ਵਿਸਾਖੀ ਵਾਲੇ ਦਿਨ ਪਾਤਸ਼ਾਹ ਨੇ ਚੋਜ ਕੀਤਾ ਨਾ, ਉਹ ਸਿੱਖਾਂ ਦੀ ਪਰਖ ਵਾਸਤੇ ਕੀਤਾ। ਪੱਕੇ ਕੱਚੇ ਸਿੱਖ ਦਿਖਾਰਨ। ਕਿ ਕੌਣ ਪੱਕਾ ਹੈ ਤੇ ਕੌਣ ਕੱਚਾ ਹੈ,
ਉਹ ਵਿਖਾਉਣ ਵਾਸਤੇ। ਸ਼੍ਰੀ ਗੁਰ ਬਚਨ ਮੁਖੋਂ ਥੋਂ ਕਹਿਓ, ਕਲਗੀਧਰ ਜੀ ਦੇ ਮੁਖੋਂ ਇਹ ਬਚਨ ਕਹੇ ਸਨ। ਲੈਨ ਪਰੀਖਿਆ ਤਿਮਈ ਚਇਓ, ਜਿਵੇਂ ਮਹਾਰਾਜ ਜੀ ਨੇ ਕਿਹਾ ਉਸੇ ਤਰ੍ਹਾਂ ਹੀ ਪ੍ਰੀਖਿਆ ਲੈਣੀ ਚਾਹੀ। ਤਬ ਸ਼੍ਰੀ ਸਤਿਗੁਰ ਖੰਡੋ ਮੰਗਵਾਇਓ, ਕਲਗੀਧਰ ਪਾਤਸ਼ਾਹ ਨੇ ਆਪਣੀ ਗਾਤਰੇ ਦੀ ਸ਼੍ਰੀ ਸਾਹਿਬ ਮੰਗਾਈ। ਤਖਤ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਸੰਗਤਾਂ ਨੂੰ ਸੱਦ ਕੇ ਬੁਲਾਇਆ। ਸਦ ਮਾਰਵਾੜੀ ਅਨਸਾਨ ਚੜਾਇਓ, ਪਹਿਲਾਂ ਤਾਂ ਤਲਵਾਰ ਨੂੰ ਚੰਗੀ ਤਰ੍ਹਾਂ ਮਹਾਰਾਜ ਜੀ ਨੇ ਮਾਰਵਾੜੀਆਂ ਨੂੰ ਸੱਦ ਕੇ ਨਾ ਉਹਨਾਂ ਦੇ ਕੋਲੋਂ ਚੰਗੀ ਤਰ੍ਹਾਂ ਤਿੱਖਾ ਕਰਾਇਆ। ਲਿਓ ਖੜਗ ਗਏ ਭੁਜਾ ਉਠਾਇਓ, ਔਰ ਪਾਤਸ਼ਾਹ ਜੀ ਨੇ ਉਹ ਤੇਗਾ ਆਪਣੇ ਹੱਥ ਦੇ ਵਿੱਚ ਧਾਰਨ ਕਰ ਲਿਆ। ਦੋਹਰਾ ਸਭ ਸੰਗਤ ਇਕੱਠੀ ਕਰੇ, ਕਹੀ ਸ਼੍ਰੀ ਗੁਰ ਸਭਨ ਸੁਨਾਏ। ਸਤਿਗੁਰੂ ਜੀ ਨੇ ਹੁਣ ਪ੍ਰਚਾਰ ਇਹ ਵੀ ਕੀਤਾ, ਸੰਗਤ ਇਕੱਠੀ ਕਰ ਲਈ। ਹੁਕਮਨਾਮੇ ਭੇਜ ਕੇ ਬੇਅੰਤ ਸੰਗਤਾਂ ਜਦੋਂ ਤਖਤ ਕੇਸਗੜ੍ਹ ਸਾਹਿਬ ਤੇ ਇਕੱਤਰ ਹੋਈਆਂ, ਕਲਗੀਧਰ ਪਾਤਸ਼ਾਹ ਜੀ ਬੋਲੇ, ਉੱਚੀ ਆਵਾਜ਼ 'ਚ ਕਹਿਣ ਲੱਗੇ, ਹੈ ਕੋਈ ਐਸੋ ਸਿੱਖ ਅਬ ਲੀਵੈ ਸੀਸ ਕਟਾਏ। ਮਹਾਰਾਜ ਜੀ ਕਹਿਣ ਲੱਗੇ, ਕੋਈ ਐਸਾ ਸਿੱਖ ਹੈ ਜਿਹਦਾ ਸੀਸ ਅਸੀਂ ਆਪਣੀ ਇਸ ਸ਼੍ਰੀ ਸਾਹਿਬ ਨਾਲ ਕੱਟ ਸਕੀਏ? ਕੋਈ ਐਸਾ ਸਿੱਖ ਜਿਹੜਾ ਸਾਨੂੰ ਆਪਣਾ ਸੀਸ ਭੇਟ ਕਰੇ? ਚੋਪਈ ਸੁਨਤ ਬਚਨ ਤਨ ਲੋਕਨ ਤਰਾਸ। ਇਹ ਸੁਣ ਕੇ ਇੱਕਦਮ ਸਾਰੀ ਸੰਗਤ ਜਿੰਨੀ ਬੈਠੀ ਸੀ ਸਾਰੇ ਸਹਿ ਗਏ। ਸਾਰਿਆਂ ਅੰਦਰ ਡਰ ਤੇ ਭੈ ਪੈਦਾ ਹੋ ਗਿਆ। ਸਤਿਗੁਰ ਕੋ ਬੋ ਛੱਡ ਗਏ ਪਾਸ। ਉਹਨਾਂ ਵਿੱਚੋਂ ਤਾਂ ਬਹੁਤੇ ਜਿਹੜੇ ਸਨ ਉਹ ਖਿਸਕ ਵੀ ਗਏ, ਸੰਗਤ ਵਿੱਚੋਂ ਚਲੇ ਗਏ। ਕਈਨ ਸਤਿਗੁਰ ਸਿਰ ਰੀ ਕਹਿਓ, ਕਈ ਬੋਲੇ ਗੱਲਾਂ ਕਰਨ ਲੱਗੇ ਵੀ ਗੁਰੂ ਸਾਹਿਬ ਜੀ ਸਿਰੜੀ ਹੋ ਗਏ ਨੇ। ਕਈਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਸਿੱਖੀ ਤੋੜਨ ਉਹਨੇ ਚਿਤ ਚਿਓ, ਉਹਨਾਂ ਨੇ ਠਾਣ ਲਈ ਵੀ ਹੁਣ ਅਸੀਂ ਸਿੱਖੀ ਤਿਆਗ ਦੇਣੀ ਹੈ। ਅਸੀਂ ਨਹੀਂ ਇਹੋ ਜਿਹੇ ਗੁਰੂ ਦੇ ਸਿੱਖ ਹੋਣਾ ਜਿਹੜਾ ਆਪਣੇ ਸਿੱਖਾਂ ਦੇ ਸਿਰ ਕੱਟ ਦੇਵੇ। ਕਈ ਸੁਨਤ ਕਰ ਕੋਈ ਦੌੜੇ, ਕਈਆਂ ਨੇ ਜਿਹੜੇ ਬਾਹਰ ਦੌੜ ਕੇ ਗਏ ਨਾ, ਸੰਗਤ 'ਚ ਕੋਈ ਪਿੱਛੋਂ ਆ ਰਹੇ ਸੀ, ਉਹਨਾਂ ਆਖਿਆ ਵੀ ਕਿਉਂ ਦੌੜੇ ਜਾਂਦੇ ਹੋ? ਕਹਿਣ ਲੱਗੇ ਦਸਵੇਂ ਪਾਤਸ਼ਾਹ ਸਿਰ ਮੰਗਣ ਲੱਗ ਪਏ ਨੇ। ਉਹ ਆਏ ਹੀ ਨਹੀਂ ਸਭਾ ਵਿੱਚ ਮਹਾਰਾਜ ਜੀ ਦੇ, ਉਹਨਾਂ ਕੋਲੋਂ ਸੁਣ ਕੇ ਪਿੱਛੋਂ ਦੌੜ ਕੇ ਚਲੇ ਗਏ। ਕਈ ਆਵਤ ਮਿਲ ਰਸਤਿਓਂ ਮੋੜੇ, ਕਈ ਰਾਹ ਦੇ ਵਿੱਚੋਂ ਹੀ ਮੋੜ ਲਏ। ਉਹਨਾਂ ਨੇ ਆਖਿਆ ਨਾ ਜਾਇਓ ਉੱਥੇ, ਦਸਵੇਂ ਪਾਤਸ਼ਾਹ ਤਾਂ ਸਿਰ ਵੱਢਣ ਲੱਗ ਪਏ ਨੇ ਸਿੱਖਾਂ ਦੇ, ਉਹ ਤਾਂ ਸਿਰ ਕੱਟਣ ਲੱਗ ਪਏ ਨੇ। ਕੋਈ ਮਿਲ ਕੋਈ ਅਨ ਮਿਲ ਗਇਓ, ਕੋਈ ਮਿਲ ਕੇ ਗਿਆ ਤੇ ਕੋਈ ਬਿਨਾਂ ਮਿਲਿਆ ਹੀ ਪਿੱਛੇ ਹਟ ਗਿਆ। ਵੇਗ ਭਜਤ ਨ ਮਗਰ ਨ ਤੱਕਿਓ, ਕਈ ਇੰਨੀ ਤੇਜ਼ੀ ਨਾਲ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਦਰਬਾਰ ਚੋਂ ਦੌੜੇ, ਖਿਸਕੇ ਵੀ ਉਹਨਾਂ ਨੇ ਮੁੜ ਕੇ ਪਿੱਛੇ ਨਹੀਂ ਵੇਖਿਆ। ਕੋ ਕਈ ਇਨ ਮਸੰਦਨ ਸੁਤ ਮਾਰੇ, ਕਈ ਗੱਲਾਂ ਕਰਦੇ ਕਹਿੰਦੇ ਇਹਨਾਂ ਨੇ ਮਸੰਦ ਮਾਰੇ ਨੇ, ਪਹਿਲਾਂ ਮਸੰਦ ਸਾੜੇ ਨੇ। ਆਦ ਨਿਰਦਈ ਇਹ ਐਸ ਪੁਕਾਰੇ, ਇਹ ਤਾਂ ਪਹਿਲਾਂ ਹੀ ਬੜੇ ਨਿਰਦਈ ਨੇ। ਇਦਾਂ ਕਿਹਾ ਜਾਂਦਾ ਇਹਨਾਂ ਬਾਰੇ ਵੀ ਦੇਹਰਾਦੂਨ 'ਚ ਜਿਉਂਦੇ ਸਾੜੇ ਸੀ ਇਹਨਾਂ ਨੇ ਮਸੰਦ। ਆਨੰਦਪੁਰ ਸਾਹਿਬ 'ਚ ਵੀ ਕਈ ਮਸੰਦ ਸੋਧੇ ਹਨ ਇਹਨਾਂ ਨੇ। ਇਹਨਾਂ ਦਾ ਸੁਭਾਅ ਨਿਰਦਈ ਹੈ, ਜੇ ਮਸੰਦਾਂ ਨੂੰ ਮਾਰ ਸਕਦੇ ਨੇ ਤੇ ਸਾਨੂੰ ਵੀ ਮਾਰ ਦੇਣਗੇ। ਰਹੀ ਬਾਤ ਮਝੈਲਨ ਸਿਰ ਆਏ, ਹੁਣ ਕੁਝ ਮਾਝੇ ਦੀ ਸੰਗਤ ਤੇ ਹੋਰ ਬੇਅੰਤ ਸੰਗਤਾਂ ਜਿਹੜੀਆਂ ਸਨ ਉੱਥੇ ਹਾਜ਼ਰ ਰਹੀਆਂ, ਕੁਝ ਖਿਸਕ ਗਏ। ਗਿਆਨੀ ਗਿਆਨ ਸਿੰਘ ਹੋਣੀ ਲਿਖਦੇ ਆ, ਜੋ ਪਿਆਰੇ ਥੇ ਇੱਕ ਕੁਨਕੇ ਕੇ ਭਾਗ ਗਏ ਇੱਕ ਠੁਨਕੇ ਤੇ। ਜਿਹੜੇ ਕੇਵਲ ਕੜਾ ਪ੍ਰਸ਼ਾਦ ਦੇ ਪਿਆਰੇ ਸੀ ਉਹ ਤਾਂ ਭੱਜ ਗਏ, ਉਸੇ ਵੇਲੇ ਹੀ ਨੱਠ ਗਏ। ਉਤੋ ਅੰਮ੍ਰਿਤ ਸਰ ਜਿਨੇ ਸਹਾਏ, ਬਹੁਤ ਸੰਗਤ ਮਾਝੇ ਦੇ ਇਲਾਕੇ ਦੀ ਬੈਠੀ ਸੀ। ਅੰਮ੍ਰਿਤਸਰ ਸਾਹਿਬ ਤੋਂ ਵੀ ਬੇਅੰਤ ਸੰਗਤਾਂ ਲਾਹੌਰ ਦੇ ਇਲਾਕੇ ਦੀਆਂ ਬੈਠੀਆਂ ਸਨ। ਭਾਈ ਗੁਰਦਾਸ ਤਿੰਨ ਬਚਨ ਵਿਚਾਰੇ, ਹੁਣ ਜਿਹੜੇ ਸਿੰਘ ਨੇ ਰਹਿ ਗਏ ਉੱਥੇ, ਉਹਨਾਂ ਨੇ ਕਈਆਂ ਨੇ ਮਨ 'ਚ ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਵਿਚਾਰੀਆਂ। ਗੁਰ ਸੰਗ ਵਰਤਾਵੇ ਸਿੱਖ ਸਿਦਕ ਨਹਾਰੇ, ਕਹਿੰਦੇ ਜੇ ਗੁਰੂ ਸਾਂਗ ਵਰਤਾਵੇ ਤੇ ਸਿੱਖ ਨੂੰ ਸਿਦਕ ਨਹੀਂ ਹਾਰਨਾ ਚਾਹੀਏ। ਜੇ ਗੁਰੂ ਨੇ ਸਾਂਗ ਰਚਿਆ, ਇਹ ਚੋਜ ਕਰਨ ਲੱਗੇ ਨੇ ਸਤਿਗੁਰੂ ਜੀ, ਤਾਂ ਸਿੱਖ ਨੂੰ ਆਪਣਾ ਸਿਦਕ ਨਹੀਂ ਹਾਰਨਾ ਚਾਹੀਦਾ।
ਸਿੱਖਾਂ ਨੇ ਭਾਈ ਗੁਰਦਾਸ ਜੀ ਦੀ ਪੰਕਤੀ ਵਿਚਾਰੀ, ਉਹ ਸਾਰੀ ਕਥਾ ਨੂੰ ਵਿਚਾਰਿਆ। ਗੁਰ ਪਰਵਾਸੇ ਸਿੱਖ ਜੋ ਰਹੇ, ਜਿਹੜੇ ਸਤਿਗੁਰਾਂ ਦੇ ਪ੍ਰਵਾਸੇ ਤੇ ਰਹਿਣ ਵਾਲੇ ਸਿੱਖ ਸਨ ਉਹ ਰਹਿ ਗਏ। ਮਾਨੇ ਹੁਕਮ ਗੁਰੂ ਜੋ ਕਹੇ, ਸਤਿਗੁਰੂ ਜੀ ਜਿਹੜਾ ਬਚਨ ਕਰਦੇ ਸਨ ਉਹਨਾਂ ਬਚਨਾਂ ਨੂੰ ਸਿਰ ਮੱਥੇ ਤੇ ਮੰਨਣ ਵਾਲੇ ਸਿੱਖ ਸਨ। ਦੋਹਰਾ ਜਬ ਤੇ ਮਾਝੇ ਦੇਸ਼ ਮੈਂ ਸ਼੍ਰੀ ਗੁਰ ਲਵਾਇਓ ਤਾਲ। ਮਾਝੇ ਦੀ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਦਾ ਸਤਿਗੁਰੂ ਜੀ ਨੇ ਅੰਮ੍ਰਿਤ ਤਾਲ ਲਵਾਇਆ ਹੈ। ਪਾਪ ਕਰੇ ਜੋ ਕੋ ਸਿੱਖ ਨਾਵਤ ਹੋਤ ਨਿਹਾਲ। ਸਿੱਖਾਂ ਵਿੱਚ ਏਦਾਂ ਦੀ ਮਰਿਆਦਾ ਪ੍ਰਚਲਿਤ ਸੀ ਵੀ ਜੇ ਕਿਸੇ ਸਿੱਖ ਕੋਲੋਂ ਕੋਈ ਭੁੱਲ ਚੁੱਕ ਹੋ ਜਾਏ ਤਾਂ ਅੰਮ੍ਰਿਤਸਰ ਸਰੋਵਰ 'ਚ ਜਾ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਸ਼ੁੱਧ ਹੋਇਆ ਜਾਣਦੇ ਸਨ। ਇਹ ਮਾਝੇ ਦੇ ਇਲਾਕੇ ਦੇ ਵੀ ਬਹੁਤ ਸਾਰੇ ਸਿੱਖ ਸਾਰੀ ਸੰਗਤ ਵਿੱਚ ਹੀ ਇਹ ਮਰਿਆਦਾ ਸੀ ਕਿ ਜੇ ਕਿਸੇ ਸਿੱਖ ਦੇ ਕੋਲੋਂ ਸੁੱਤੇ ਸਿੱਧ ਕੋਈ ਭੁੱਲ ਹੋ ਜਾਣੀ, ਜਦੋਂ ਅੰਮ੍ਰਿਤਧਾਰੀ ਹੋ ਗਏ ਫਿਰ ਤਾਂ ਤਨਖਾਹ ਲੱਗਣ ਲੱਗ ਪਈ। ਉਸ ਤੋਂ ਪਹਿਲਾਂ ਜੇ ਕਿਸੇ ਸਿੱਖ ਕੋਲੋਂ ਕੋਈ ਭੁੱਲ ਹੋਣੀ, ਅੰਮ੍ਰਿਤਸਰ 'ਚ ਇਸ਼ਨਾਨ ਕਰਨਾ, ਵਿਵੇਕਸਰ ਸਰੋਵਰ 'ਚ ਜਾ ਕੇ ਇਸ਼ਨਾਨ ਕਰਨਾ। ਛੇਵੇਂ ਪਾਤਸ਼ਾਹ ਵਿਵੇਕ ਲਾਉਂਦੇ ਸਨ। ਤੋ ਇਸ ਤਰ੍ਹਾਂ ਆਪਣੇ ਆਪ ਨੂੰ ਸ਼ੁੱਧ ਹੋਇਆ ਜਾਣਦੇ ਸਨ। ਸ਼੍ਰੀ ਸਤਿਗੁਰ ਵਾਕ, ਤੇ ਸਤਿਗੁਰੂ ਜੀ ਦੇ ਨਾ ਪਾਵਨ ਬਚਨਾਂ ਤੇ ਸਾਰੇ ਸਿੱਖ ਭਰੋਸਾ ਰੱਖਦੇ ਔਰ ਅੰਮ੍ਰਿਤਸਰ ਸਰੋਵਰ ਦੀ ਮਹਾਨਤਾ ਨੂੰ ਇਸ ਪਵਿੱਤਰ ਪਾਵਨ ਸ਼ਬਦ ਵਿੱਚ ਜੋ ਸਤਿਗੁਰਾਂ ਨੇ ਦਰਸਾਇਆ, ਉਸ ਮਹਾਨਤਾ ਨੂੰ ਗੁਰਸਿੱਖ ਆਪਣੇ ਹਿਰਦੇ 'ਚ ਵਸਾਉਂਦੇ। ਸੁਣੋ ਗੁਰੂ ਖਾਲਸਾ ਜੀ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਗਾਇਨ ਕਰਦੇ ਹਨ। ਸੋਰਠ ਮਹੱਲਾ ਪੰਜਵਾਂ, ਵਿੱਚ ਕਰਤਾ ਪੁਰਖ ਖਲੋਆ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਕਿ ਇੱਥੇ ਭਾਈ ਵਿੱਚ ਕਰਤਾ ਪੁਰਖ ਜੀ ਆਪ ਹਾਜ਼ਰ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ। ਪ੍ਰਤੱਖ ਰੂਪ 'ਚ ਸਤਿਗੁਰੂ ਜੀ ਇਸ ਮਾਤ ਲੋਕ ਦੀ ਧਰਤੀ ਤੇ ਵਰਤਦੇ ਹਨ ਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਵਰਤਦੇ ਹਨ। ਪ੍ਰਤੱਖ ਕਰਤਾ ਪੁਰਖ ਜੀ ਅਕਾਲ ਪੁਰਖ ਜੀ ਜਦੋਂ ਆਪਣੇ ਸੇਵਕਾਂ ਦੇ ਪਾਸ ਖਲੋਂਦੇ ਹਨ, ਵਾਲ ਨਵਿੰਗਾ ਹੋਆ, ਤੇ ਜਿਹੜੇ ਸਿੱਖ ਦੇ ਨਾਲ ਖਲੋ ਜਾਂਦੇ ਨੇ ਉਸ ਸਿੱਖ ਦਾ ਵਾਲ ਵੀ ਸਤਿਗੁਰੂ ਜੀ ਵਿੰਗਾ ਨਹੀਂ ਹੋਣ ਦਿੰਦੇ। ਸਤਿਗੁਰੂ ਜੀ ਇਹੋ ਜਿਹੇ ਰਖਵਾਲੇ ਨੇ ਜਿਹੜੇ ਸਿੱਖ ਦੇ ਸਿਰ ਤੇ ਹੱਥ ਦੇ ਕੇ ਖਲੋ ਜਾਣ, ਉਸ ਸਿੱਖ ਦਾ ਵਾਲ ਵੀ ਸਤਿਗੁਰੂ ਜੀ ਵਿੰਗਾ ਨਹੀਂ ਹੋਣ ਦਿੰਦੇ। ਇਹਦੇ ਵਾਸਤੇ ਗੁਰੂ ਸਾਹਿਬ ਦੇ ਇਤਿਹਾਸ ਵਿੱਚ ਬੇਅੰਤੀ ਪ੍ਰਮਾਣ ਮੌਜੂਦ ਨੇ ਕਿ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ। ਹਾਂਜੀ, ਮਜਨ ਗੁਰ ਆਂਦਾ ਰਾਸੇ, ਇਹ ਪਾਵਨ ਪਵਿੱਤਰ ਅੰਮ੍ਰਿਤਸਰ ਸਰੋਵਰ ਹੈ ਜਿੱਥੇ ਇਸ਼ਨਾਨ ਕਰਕੇ ਸਾਰੇ ਕਾਰਜ ਰਾਸ ਹੁੰਦੇ ਹਨ। ਜਪ ਹਰ ਹਰ ਕਿਲ ਵਿਖ ਨਾਸੇ, ਔਰ ਜਿੱਥੇ ਇਸ਼ਨਾਨ ਕੀਤਿਆਂ ਕਾਰਜ ਰਾਸ ਹੁੰਦੇ ਨੇ ਉੱਥੇ ਨਾਮ ਜਪ ਕੇ, ਇਸ਼ਨਾਨ ਦੇ ਨਾਲ ਨਾਲ ਨਾਮ ਜਪ ਕੇ ਸਾਰੇ ਕਿਲ ਵਿਖ ਸਾਰੇ ਪਾਪ ਨਸ ਜਾਂਦੇ ਹਨ। ਸੰਤੋ ਰਾਮਦਾਸ ਸਰੋਵਰ ਨੀਕਾ, ਇਹ ਸੰਤ ਹੋ ਗੁਰੂ ਅਰਜਨ ਦੇਵ ਸਾਹਿਬ ਜੀ ਪੂਰੀ ਲੋਕਾਈ ਨੂੰ ਸੰਬੋਧਨ ਕਰਕੇ ਕਹਿੰਦੇ ਆ ਸੰਤ ਹੋ ਸਤ ਸੰਗਿਓ। ਸੰਤੋ ਦਾ ਇੱਥੇ ਅਰਥ ਕਰਾਂਗੇ ਸਤ ਸੰਗਿਓ। ਸੁਣੋ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਅੰਮ੍ਰਿਤਸਰ ਸਰੋਵਰ ਨੀਕਾ, ਨੀਕਾ ਕਹਿੰਦੇ ਨੇ ਸੁੰਦਰ ਹੈ, ਅਤੀ ਸੁੰਦਰ ਹੈ। ਸੰਤੋ ਰਾਮਦਾਸ ਸਰੋਵਰ ਨੀਕਾ, ਨੀਕਾ ਕਹਿੰਦੇ ਸੁੰਦਰ ਨੂੰ, ਇਹ ਅਤੀ ਸੁੰਦਰ ਹੈ। ਇਹ ਸੁੰਦਰਤਾ ਕੇਵਲ ਬਾਹਰਲੀ ਸੁੰਦਰਤਾ ਨਹੀਂ ਹੈ, ਬਾਹਰੋਂ ਵੀ ਸੁੰਦਰ ਹੈ, ਪਰ ਇਹ ਸੁੰਦਰਤਾ ਅੰਤਰੀਵੀ ਰੂਪ ਵਿੱਚ ਵੀ ਹੈ। ਸਤਿਗੁਰਾਂ ਦੇ ਇਸ ਪਾਵਨ ਤਾਲ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪ ਵਸਦੇ। ਪੰਜਵੇਂ ਪਾਤਸ਼ਾਹ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹੁਕਮ ਕਰਦਿਆਂ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਕਿ ਇਸ ਸਰੋਵਰ ਨੂੰ ਤੁਸੀਂ ਸਾਡਾ ਸਰੀਰ ਕਰਕੇ ਜਾਣਨਾ,
ਇਹ ਪਾਵਨ ਸਰੋਵਰ ਸਾਡੀ ਕਾਇਆ ਹੈ, ਸਾਡਾ ਸਰੀਰ ਹੈ। ਏਡਾ ਵੱਡਾ ਮਹਾਤਮ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਾ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਵੱਡੀ ਭਾਰੀ ਮਹਿਮਾ ਹੈ। ਸੰਸਾਰ ਦੇ ਵਿਸ਼ਵ ਦੇ ਕਿਸੇ ਕੋਨੇ 'ਚ ਵੀ ਸਿੱਖ ਬੈਠਾ ਹੋਵੇ, ਉੱਥੇ ਗੁਰੂ ਘਰ ਮੌਜੂਦ ਨੇ, ਪਰ ਸਤਿਗੁਰਾਂ ਦੀ ਹਜ਼ੂਰੀ 'ਚ ਮੰਗ ਇਹੀ ਮੰਗਦਾ ਹੈ ਕਿ ਮਹਾਰਾਜ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਦਰਸ਼ਨ ਔਰ ਇਸ਼ਨਾਨ ਬਖਸ਼ੋ। ਮੁਸਲਮਾਨ ਵੀਰ ਭਾਵੇਂ ਇਹ ਮੰਨਦੇ ਨੇ ਵੀ ਰੱਬ ਸਾਰੇ ਪਾਸੇ ਹੈ, ਪਰ ਜਦੋਂ ਉਹ ਨਮਾਜ਼ ਪੜ੍ਹਦੇ ਨੇ, ਜਦੋਂ ਦੁਆ ਕਰਦੇ ਨੇ, ਤਾਂ ਉਸ ਵੇਲੇ ਆਪਣਾ ਮੁਖ ਜਿਸ ਪਾਸੇ ਮੱਕਾ ਉਸ ਪਾਸੇ ਰੱਖਦੇ ਹੈ। ਉਹ ਕਹਿੰਦੇ ਸਾਡੇ ਲਈ ਮੱਕੇ ਤੋਂ ਪਰੇ ਉਜਾੜ ਹੈ। ਗੁਰਸਿੱਖ ਵਾਸਤੇ ਸ੍ਰੀ ਦਰਬਾਰ ਸਾਹਿਬ ਸਭ ਤੋਂ ਸਰਮੋਰ ਹੈ, ਸਰਵੋਤਮ ਹੈ। ਭਾਵੇਂ ਕਿ ਜਿੱਥੇ ਵੀ ਸਤਿਗੁਰਾਂ ਦਾ ਪ੍ਰਕਾਸ਼ ਹੈ ਉਹ ਅਸਥਾਨ ਪਵਿੱਤਰ ਹੈ, ਪਾਵਨ ਹੈ, ਮਹਾਨ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਔਰ ਇਸ਼ਨਾਨ ਦੀ ਕਾਂਖਾ ਗੁਰਸਿੱਖ ਸੰਸਾਰ ਦੇ ਕਿਸੇ ਕੋਨੇ 'ਚ ਵੀ ਬੈਠਾ ਹੋਵੇ ਆਪਣੇ ਹਿਰਦੇ 'ਚ ਰੱਖਦਾ। ਸੈਂਕੜੇ ਸਾਲਾਂ ਤੱਕ ਯਹੂਦੀਆਂ ਨੂੰ ਯਰੂਸ਼ਲਮ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ, ਗੁਲਾਮ ਸੀ। ਤਕਰੀਬਨ 1000 ਸਾਲ ਤੱਕ ਉਹ ਯਰੂਸ਼ਲਮ ਦੇ ਵਿੱਚ ਨਹੀਂ ਰਹਿ ਸਕੇ। ਜਦੋਂ ਵੀ ਆਪਸ ਵਿੱਚ ਮਿਲਦੇ ਸੀ ਨਾ, ਤੇ ਮਿਲ ਕੇ ਵਿਛੜਦੇ ਸੀ, ਤੇ ਵਿਛੜਦੇ ਆਪਸ 'ਚ ਗੱਲ ਇਹੀ ਕਹਿੰਦੇ ਸੀ, ਅਗਲੀ ਵਾਰ ਯਰੂਸ਼ਲਮ 'ਚ ਮਿਲਾਂਗੇ, ਆਪਣੇ ਪਵਿੱਤਰ ਧਾਰਮਿਕ ਸਥਾਨ ਤੇ ਮਿਲਾਂਗੇ। ਉਹ ਇੱਛਾ ਉਹਨਾਂ ਨੇ ਆਪਣੀ ਬਹੁਤ ਲੰਮੇ ਸਮੇਂ ਤੋਂ ਬਾਅਦ ਪੂਰੀ ਵੀ ਕੀਤੀ। ਸੋ ਦਰਬਾਰ ਸਾਹਿਬ ਪ੍ਰਤੀ ਗੁਰਸਿੱਖਾਂ ਅੰਦਰ ਇਹੋ ਜਿਹਾ ਪਿਆਰ ਹੈ। ਕਿਉਂ? ਸ੍ਰੀ ਅੰਮ੍ਰਿਤਸਰ ਸਰੋਵਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਰੀਰ ਕਰਕੇ ਜਾਣਨਾ ਇਹ ਹੁਕਮ ਹੈ। ਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਹਰੀ ਕਾ ਮੰਦਰ ਸ੍ਰੀ ਦਰਬਾਰ ਸਾਹਿਬ ਅਕਾਲ ਪੁਰਖ ਦਾ ਮੰਦਰ ਹੈ। ਦੇਵੀ ਦੇਵਤਿਆਂ ਦੇ ਮੰਦਰ ਬਹੁਤ ਸੀ ਸੰਸਾਰ 'ਚ, ਪਰ ਵਾਹਿਗੁਰੂ ਜੀ ਦਾ ਮੰਦਰ, ਪਰਮੇਸ਼ਰ ਦਾ ਮੰਦਰ, ਹਰੀ ਦਾ ਮੰਦਰ ਇੱਕੋ ਇੱਕ ਹੈ। ਇਸ ਕਰਕੇ ਕਹਿੰਦੇ ਸੰਤੋ ਰਾਮਦਾਸ ਸਰੋਵਰ ਨੀਕਾ। ਅੰਮ੍ਰਿਤਸਰ ਸਰੋਵਰ ਮਹਾਨ ਹੈ। ਇਹ ਅੰਮ੍ਰਿਤਸਰ ਸਰੋਵਰ ਗੁਰੂ ਰਾਮਦਾਸ ਸਾਹਿਬ ਦਾ ਪਾਵਨ ਤਾਲ ਮਹਾਨ ਹੈ, ਪਵਿੱਤਰ ਹੈ, ਸੁੰਦਰ ਹੈ। ਇਤਨਾ ਪਵਿੱਤਰ ਕੇ ਪਾਵਨ ਕੋਈ ਪੰਛੀ ਵੀ ਉੱਤੋਂ ਉਡਾਰੀ ਮਾਰ ਕੇ ਲੰਘ ਜੇ ਤੋ ਵੀ ਪਵਿੱਤਰ ਹੋ ਜਾਂਦਾ। ਇਤਨਾ ਪਵਿੱਤਰ। ਹਾਂਜੀ। ਜੋ ਨਾਵੇ ਸੋ ਕੁਲ ਤਰਾਵੇ, ਉਧਾਰ ਹੋਆ ਹੈ ਜੀ ਕਾ। ਜਿਹੜਾ ਨਹਾਵੇਗਾ ਆਪਣੇ ਸਮੂਹ ਕੁਲ ਨੂੰ ਤਾਰ ਲਵੇਗਾ। ਜਿਹੜਾ ਇਸ਼ਨਾਨ ਕਰੇਗਾ, ਪਰ ਇਸ਼ਨਾਨ ਤੋਂ ਪਹਿਲਾਂ ਮਹੱਤਵ ਸਮਝੇ, ਅੰਮ੍ਰਿਤਸਰ ਸਰੋਵਰ ਦੀ ਮਹਿਮਾ ਜਾਣੇ। ਅੰਨੇ ਨੂੰ ਮਾਣਕ ਮਿਲ ਜੇ, ਉਹਨੂੰ ਉਹਦਾ ਮੁੱਲ ਨਹੀਂ ਪਤਾ ਹੁੰਦਾ। ਉਹਨੂੰ ਨਹੀਂ ਪਤਾ ਕਿ ਮਾਣਕ ਹੈ ਜਾਂ ਹੀਰਾ ਹੈ। ਉਹਨੂੰ ਪਤਾ ਵੀ ਹੋਣਾ ਚਾਹੀਦਾ ਵੀ ਮੇਰੇ ਕੋਲ ਹੀਰਾ ਹੈ। ਇਸ ਕਰਕੇ ਜਿਹੜਾ ਸਤਿਗੁਰਾਂ ਦੇ ਪਾਵਨ ਤਾਲ ਦੀ ਮਹਿਮਾ ਜਾਣੇ, ਗੁਰੂ ਰਾਮਦਾਸ ਸਾਹਿਬ ਨੂੰ ਮਹਿਸੂਸ ਕਰੇ ਕਿ ਮੈਂ ਸਤਿਗੁਰਾਂ ਨੂੰ ਸਪਰਸ਼ ਕਰ ਰਿਹਾ, ਇਸ਼ਨਾਨ ਕਰਦਿਆਂ ਉਹਨਾਂ ਦੇ ਚਰਨ ਸਪਰਸ਼ ਕਰ ਰਿਹਾ। ਕਹਿੰਦੇ ਜਿਹੜਾ ਨਹਾਵੇਗਾ ਉਹ ਕੁਲਾਂ ਤਾਰੇਗਾ ਆਪਣੀਆਂ, ਤੇ ਉਸ ਜੀ ਦਾ ਉਧਾਰ ਹੋਵੇਗਾ। ਡਿਠੇ ਸਭੇ ਥਾਵ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਰ ਨਾਨਕ ਕਸ ਮਲ ਜਾਏ, ਨਹਾਇ ਰਾਮਦਾਸ ਸਰ।
ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸ਼ਨਾਨਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਤਾਲ ਦੀ ਵੀ ਮਹਿਮਾ ਹੈ ਨਾ। ਠੀਕ ਹੈ, ਸਤ ਸੰਗਤ ਨੂੰ ਵੀ ਕਿਹਾ ਸਰੋਵਰ, ਪਰ ਇੱਥੇ ਤਾਂ ਗੁਰੂ ਰਾਮਦਾਸ ਸਾਹਿਬ ਦੇ ਤਾਲ ਦੀ ਵੀ ਪ੍ਰਤੱਖ ਮਹਿਮਾ ਹੈ, ਵੱਡੀ ਭਾਰੀ ਮਹਿਮਾ ਹੈ। ਤੋ ਪਾਤਸ਼ਾਹ ਕਹਿੰਦੇ ਇਹ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਨੇ, ਜਿਹੜਾ ਨਹਾਵੇਗਾ ਉਹ ਆਪਣਾ ਆਪ ਜਿੱਥੇ ਤਾਰੇਗਾ, ਉਧਾਰ ਕਰੇਗਾ, ਉਹ ਆਪਣੇ ਸਮੂਹ ਨੂੰ ਵੀ ਉਧਾਰ ਲਵੇਗਾ। ਰਹਾਉ ਜੈ ਜੈਕਾਰ ਜਗ ਗਾਵੇ, ਮਨ ਚਿੰਦੜੇ ਫਲ ਪਾਵੇ। ਕਹਿੰਦੇ ਭਾਈ ਇਸ ਪਾਵਨ ਸਥਾਨ ਦੀ ਜੈ ਜੈਕਾਰ ਸਾਰੇ ਜਗ ਚ ਗਾਈ ਜਾਂਦੀ ਹੈ। ਰਵਿੰਦਰ ਨਾਥ ਟੈਗੋਰ ਵਰਗੇ ਇਸ ਸਥਾਨ ਤੇ ਜਦੋਂ ਆਏ ਮਹਾਨ ਦਾਰਸ਼ਨਿਕ, ਉਹਨਾਂ ਨੂੰ ਵੀ ਕਹਿਣਾ ਪਿਆ ਕਿ ਭਗਵਾਨ ਰਾਮ ਆਏ ਚਲੇ ਗਏ, ਹਜ਼ਰਤ ਸਾਹਿਬ ਆਏ ਚਲੇ ਗਏ, ਕ੍ਰਿਸ਼ਨ ਜੀ ਆਏ ਚਲੇ ਗਏ, ਧੰਨ ਗੁਰੂ ਰਾਮਦਾਸ ਸਾਹਿਬ ਆਏ ਤੇ ਸदैवी ਕਾਲ ਲਈ ਇੱਥੇ ਬਿਰਾਜਮਾਨ ਹੋ ਗਏ, ਗਏ ਹੀ ਨਹੀਂ ਕਿਤੇ। ਕਹਿੰਦੇ ਜੈ ਜੈਕਾਰ ਸਤਿਗੁਰਾਂ ਦੇ ਪਾਵਨ ਸਥਾਨ ਦੀ। ਭਾਈ ਵੀਰ ਸਿੰਘ ਜੀ ਦੀਆਂ 17 ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਹਿਮਾ ਪ੍ਰਥਾਏ ਮੈਂ ਅਕਸਰ ਆਪ ਜੀ ਨੂੰ ਪਹਿਲਾਂ ਵੀ ਸਰਵਣ ਕਰਾਉਂਦਾ ਹਾਂ, ਅੱਜ ਫੇਰ ਸਾਂਝੀਆਂ ਕਰੀਏ। ਉਹ ਕਹਿੰਦੇ ਪੁੱਤ ਗਵਾਚਿਆ ਮਾਂ ਜਗ ਨਹੀਂ ਭਾਵਦਾ, ਮਣੀ ਗਵਾਚਿਆ ਸੱਪ ਜਿਉ ਕੁਰ ਲਾਵਦਾ। ਹਰ ਰਸ ਦੀ ਲੱਗੇ ਜੇ ਤੋਟ, ਪਰਲੋ ਫਿਰੇ ਚੁਫੇਰ ਤਿਉ ਕੋ ਭਰਾਵੰਦਾ। ਟੁੱਟੀ ਹੋਏ ਜੇ ਪ੍ਰੀਤ ਤਾਂ ਦਰ ਤੇਰੇ ਆਵੰਦਾ। ਕਹਿੰਦੇ ਸੱਪ ਦੀ ਮਣੀ ਗਵਾਚ ਜੇ ਤੇ ਕੁਰਲਾਉਂਦਾ, ਮਾਂ ਦਾ ਪੁੱਤ ਗਵਾਚ ਜੇ ਉਹਨੂੰ ਜਗ ਨਹੀਂ ਪਾਉਂਦਾ। ਰੱਬ ਦੇ ਪਿਆਰੇ ਨੂੰ ਹਰੀ ਰਸ ਦੀ ਕਿਤੇ ਤੋਟ ਲੱਗ ਜਾਏ ਤੇ ਘਬਰਾ ਜਾਂਦਾ, ਮਾਨੋ ਜਿਵੇਂ ਉਹਦੇ ਆਲੇ ਦੁਆਲੇ ਪਰਲੋ ਮਚ ਗਈ ਹੋਵੇ। ਇਸ ਤਰ੍ਹਾਂ ਦੁਨੀਆ ਦੇ ਹਰ ਦਰ ਤੋਂ ਹੋਇਆ ਨਿਰਾਸ਼ ਵਿਅਕਤੀ, ਜਿਹਦੀ ਕਿਤੇ ਪੁਕਾਰ ਨਾ ਸੁਣੀ ਗਈ ਹੋਵੇ, ਜਿਹਦੀ ਕਿਤੇ ਕਾਮਨਾ ਪੂਰੀ ਨਾ ਹੋਈ ਹੋਵੇ, ਕਹਿੰਦੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਦਰਬਾਰ ਵਿੱਚ ਆਉਂਦਾ ਤਾਂ ਰੱਬ ਨਾਲੋਂ ਟੁੱਟੀ ਹੋਈ ਜੁੜ ਜਾਂਦੀ ਹੈ, ਉਹਦੀ ਪ੍ਰੀਤ ਜੁੜ ਜਾਂਦੀ ਹੈ। ਇਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸਥਾਨ ਦੀ ਮਹਿਮਾ ਹੈ। ਹਾਂਜੀ, ਸਹੀ ਸਲਾਮਤ ਨਾਏ ਆਏ, ਆਪਣਾ ਪ੍ਰਭੂ ਤੇ ਆਏ। ਕਹਿੰਦੇ ਸਾਰੇ ਜੱਗ ਵਿੱਚ ਇਹਦੀ ਸੋਭਾ ਹੈ, ਇੱਥੇ ਆ ਕੇ ਮਨ ਚਿੰਦੜੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹੀ ਸਲਾਮਤ ਨਾਏ ਆਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਆਏ ਸਨ ਵਡਾਲੀ ਤੋਂ, ਕਹਿੰਦੇ ਇਸ਼ਨਾਨ ਪਾਨ ਕਰਕੇ ਸਹੀ ਸਲਾਮਤ ਆਪਣੇ ਨਿਜ ਘਰ ਆ ਗਏ ਹਾਂ ਔਰ ਆਪਣੇ ਪ੍ਰਭੂ ਨੂੰ ਧਿਆਇਆ ਹੈ। ਸੰਤ ਸਰੋਵਰ ਨਾਵੇ, ਸੋ ਜਨ ਪਰਮ ਗਤ ਪਾਵੇ। ਸੰਤ ਸਰੋਵਰ ਨਹਾਵੇ, ਰੱਬ ਦੇ ਪਿਆਰੇ ਸੰਤ ਜਨ ਇਸ ਪਾਵਨ ਸਰੋਵਰ ਚ ਨਹਾਉਂਦੇ ਆ, ਇਸ਼ਨਾਨ ਕਰਦੇ ਆ। ਜਿਹੜਾ ਨਹਾਉਂਦਾ ਉਹ ਪਰਮ ਗਤੀ ਨੂੰ ਪ੍ਰਾਪਤ ਕਰਦਾ ਹੈ। ਸੋ ਜਨ ਪਰਮ ਗਤ ਪਾਵੇ, ਉਹਨੂੰ ਪਰਮ ਗਤ ਦੀ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਮਰੈ ਨਾਵੇ ਜਾਈ, ਉਹਦਾ ਜਨਮ ਮਰਨ ਵੀ ਕੱਟ ਦਿੰਦੇ ਆ ਗੁਰੂ ਰਾਮਦਾਸ ਸਾਹਿਬ। ਜਿਹੜਾ ਭਰੋਸੇ ਵਾਲਾ ਹੋਵੇ, ਜਿਹੜਾ ਸਤਿਗੁਰਾਂ ਦੇ ਪਾਵਨ ਸਥਾਨ ਤੇ ਭਰੋਸਾ ਰੱਖਦਾ, ਗੁਰੂ ਦਰਬਾਰ ਤੇ ਭਰੋਸਾ ਰੱਖਦਾ, ਉਹਦਾ ਜਨਮ ਤੇ ਮਰਨ ਵੀ ਸਤਿਗੁਰੂ ਜੀ ਕੱਟ ਦਿੰਦੇ ਨੇ। ਹਰ ਹਰ ਨਾਮ ਤੇ ਆਈ, ਔਰ ਰੱਬ ਦੇ ਪਿਆਰੇ ਇਸ ਪਾਵਨ ਸਥਾਨ ਤੇ ਆ ਕੇ ਪਰਮੇਸ਼ਰ ਦਾ ਨਾਮ ਧਿਆਉਂਦੇ ਆ, ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰਦੇ ਆ ਬਦੋ ਬਦੀ ਰਸਨਾ ਤੋਂ। ਕੋਈ ਨਾਸਤਕ ਬੰਦਾ ਵੀ ਸਤਿਗੁਰਾਂ ਦੇ ਦਰਬਾਰ ਦੀ ਪਰਿਕਰਮਾ ਚ ਪਹੁੰਚਦਾ ਨਾ ਤੇ ਉਹਦੀ ਰਸਨਾ ਤੋਂ ਵੀ ਇੱਕ ਬੋਲ ਨਿਕਲਦਾ, ਧੰਨ ਗੁਰੂ ਰਾਮਦਾਸ। ਬਦੋ ਬਦੀ ਰਸਨਾ ਤੋਂ ਵਾਹਿਗੁਰੂ ਦਾ ਜਾਪ ਹੁੰਦਾ। ਸਾਰੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਵਸਦੀਆਂ ਹਨ। ਇੱਥੇ
ਸਾਰੇ ਸੰਸਾਰ ਦੀ ਜਿੰਨੀ ਜਗਤ ਦੀ ਸ਼ਕਤੀ ਹੈ, ਪੂਰੇ ਸੰਸਾਰ ਨੂੰ ਚਲਾਉਣ ਵਾਲੀ, ਉਹ ਸ਼ਕਤੀ ਮਹਾਰਾਜ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਇੱਥੇ ਵਸਦੀ ਹੈ। ਇਹ ਬ੍ਰਹਮ ਵਿਚਾਰ ਸੋ ਜਾਣੈ, ਇਹ ਭਾਈ ਬ੍ਰਹਮ ਵਿਚਾਰ ਹੈ, ਇਹ ਕੋਈ ਜਾਣਦਾ ਹੈ। ਜਿਸ ਦਿਆਲ ਹੋਏ ਭਗਵਾਨ, ਇਹ ਵੀ ਉਹੀ ਜਾਣਦਾ ਜਿਹਦੇ ਤੇ ਪਰਮੇਸ਼ਰ ਦੀ ਦਇਆ ਹੋਵੇ, ਨਹੀਂ ਤਾਂ ਬਹੁਤੇ ਜਾਣਦੇ ਹੀ ਨਹੀਂ ਮਹਿਮਾ। ਡੱਡੂ ਤੇ ਮੱਛੀਆਂ ਵੀ ਰਹਿੰਦੀਆਂ ਗੰਗਾ 'ਚ, ਉਹ ਨਹੀਂ ਜਾਣਦੇ। ਦੂਰੋਂ ਜਾ ਕੇ ਇਸ਼ਨਾਨ ਕਰਨ ਵਾਲੇ ਜਾਣ ਲੈਂਦੇ ਆ ਵੀ ਪਵਿੱਤਰ ਹੈ। ਬਹੁਤ ਹੋਣਗੇ, ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਹੋਣਗੇ, ਹੁਣ ਵੀ ਹੋਣਗੇ, ਵੀ ਜਿਹੜੇ ਰਹਿੰਦੇ ਗੁਰੂ ਰਾਮਦਾਸ ਸਾਹਿਬ ਦੀ ਨਗਰੀ 'ਚ ਨੇ, ਪਰ ਸਤਿਗੁਰਾਂ ਦੇ ਪਾਵਨ ਸਥਾਨ ਦੀ ਮਹਿਮਾ ਨਹੀਂ ਜਾਣਦੇ। ਸਤਿਗੁਰਾਂ ਦੇ ਸਥਾਨ ਦੀ ਮਹਿਮਾ ਤੁਣ ਜਾਣ, ਬੜੇ ਨੇ ਨਾ, ਉੱਥੇ ਵੀ ਹੋਣਗੇ। ਕੌਣ ਜਾਣਦਾ? ਜਿਹਨੂੰ ਸਤਿਗੁਰੂ ਜੀ ਜਣਾਉਂਦੇ ਆ, ਜਿਹਦੇ ਤੇ ਸਤਿਗੁਰਾਂ ਦਾ ਤਰਸ ਹੁੰਦਾ, ਉਹੀ ਜਾਣਦਾ ਹੈ। ਬਾਬਾ ਨਾਨਕ ਪ੍ਰਭ ਸਰਣਾਈ, ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ, ਪੰਜਵੇਂ ਪਾਤਸ਼ਾਹ ਕਹਿੰਦੇ, ਹੇ ਪ੍ਰਭੂ ਜੀ ਮੈਂ ਤੁਹਾਡੀ ਸ਼ਰਨ ਚ ਹਾਂ। ਸਭ ਚਿੰਤਾ ਗਣਤ ਮਿਟਾਈ, ਮੇਰੀਆਂ ਜਿੰਨੀਆਂ ਗਿਣਤੀਆਂ ਮਿਣਤੀਆਂ ਸੋਚਾਂ ਚਿੰਤਾਵਾਂ ਨੇ, ਉਹ ਮੇਰੇ ਸਾਹਿਬ ਨੇ ਮਿਟਾ ਦਿੱਤੀਆਂ ਨੇ, ਦੂਰ ਕਰ ਦਿੱਤੀਆਂ ਹਨ। ਚੋਪਈ ਉਸ ਪ੍ਰਤਾਪ ਉਨੇ ਮਤ ਠਈ, ਕਹਿੰਦੇ ਇਸ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਹਿਮਾ ਗੁਰਸਿੱਖਾਂ ਦੇ ਹਿਰਦਿਆਂ 'ਚ ਵਸਦੀ ਹੈ। ਗੁਰੂ ਰਾਮਦਾਸ ਸਾਹਿਬ ਦੇ ਪਾਵਨ ਸਥਾਨ ਦਾ ਪ੍ਰਤਾਪ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਵਸਦਾ ਹੈ। ਉਹਨੇ ਕਾਇਰਤਾ ਤਨ ਤੇ ਗਈ, ਜਿਹੜੇ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਹੱਤਤਾ ਨੂੰ ਜਾਣਦੇ, ਮਹਾਤਮ ਨੂੰ ਜਾਣ ਗਏ, ਉਹਨਾਂ ਅੰਦਰੋਂ ਭਾਈ ਰਤਨ ਸਿੰਘ ਜੀ ਕਹਿੰਦੇ ਕਾਇਰਪੁਣਾ ਚਲਾ ਗਿਆ। ਕਿਹਾ ਸੀ ਨਾਦਰ ਨੂੰ, ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇनको ਆਬੇ ਹਯਾਤ ਦਿਓ ਹੈ। ਉਹ ਕਹਿੰਦਾ ਮੈਂ ਹਿੰਦੁਸਤਾਨ ਲੁੱਟ ਕੇ ਲਿਜਾਣਾ, ਇਹ ਪੰਜਾਬ 'ਚ ਆ ਕੇ ਮੈਨੂੰ ਕੌਣ ਲੁੱਟਦੇ ਆ, ਇਹ ਕੌਣ ਨੇ? ਕਹਿੰਦੇ ਖਾਲਸਾ, ਇਹਨਾਂ ਦਾ ਗੁਰੂ ਬੜਾ ਵਲੀ ਹੋਇਆ, ਉਹਨੇ ਇਹਨਾਂ ਨੂੰ ਅੰਮ੍ਰਿਤਸਰ ਵਰਗਾ ਤਾਲ ਬਖਸ਼ਿਸ਼ ਕੀਤਾ। ਉੱਥੋਂ ਜਾ ਕੇ ਅੰਮ੍ਰਿਤ ਪੀਂਦੇ ਆ, ਮੁਰਦੇ ਵੀ ਜਿਉਂਦੇ ਹੋ ਜਾਂਦੇ ਆ। ਹਾਂਜੀ, ਜਿਗਰੋਂ ਮੈਲ ਨਾਵਤ ਤਨ ਜਾਵੇ, ਕਹਿੰਦੇ ਜਿਵੇਂ ਇਸ਼ਨਾਨ ਕੀਤਿਆਂ ਤਨ ਦੀ ਮੈਲ ਦੂਰ ਹੁੰਦੀ ਹੈ, ਉਜਲ ਹਿਰਦੇ ਉਨੇ ਬੁੱਧ ਆਵੇ। ਕਹਿੰਦੇ ਅੰਮ੍ਰਿਤਸਰ ਤਾਲ ਵਿੱਚ ਕੇਵਲ ਤਨ ਹੀ ਪਵਿੱਤਰ ਨਹੀਂ ਹੁੰਦਾ, ਹਿਰਦਾ ਵੀ, ਮਨ ਵੀ ਪਵਿੱਤਰ ਹੁੰਦਾ ਜਦੋਂ ਇਸ਼ਨਾਨ ਦੇ ਨਾਲ ਨਾਲ ਗੁਰਸਿੱਖ ਸਿਮਰਨ ਕਰਦੇ ਹਨ। ਇਹ ਸਿੱਖ ਨੂੰ ਸੁਨੀ ਮਜੈਲਨ, ਇਹ ਤਾਂ ਮਾਝੇ ਦੇ ਮਜੈਲਾਂ ਨੂੰ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਮਹਿਮਾ ਨੂੰ ਜਾਣਦੇ ਸੁਣਿਆ ਹੈ। ਆਏ ਸਿੱਖ ਸੁਨਤ ਚਿਤ ਚੈਲਨ, ਉਹ ਬੜੇ ਚਾਅ ਨਾਲ ਆਪਣਾ ਆਪ ਸਤਿਗੁਰਾਂ ਅੱਗੇ ਪੇਸ਼ ਕੀਤਾ। ਤੇ ਮਾਝੇ ਦੇ ਇਲਾਕੇ ਦੇ ਰਹਿਣ ਵਾਲੇ ਲਾਹੌਰ ਦੇ ਸਭ ਤੋਂ ਪਹਿਲਾਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਆਪਣਾ ਸੀਸ ਕਲਗੀਧਰ ਜੀ ਦੇ ਚਰਨਾਂ 'ਚ ਭੇਟ ਕੀਤਾ। ਉਸ ਤੇ ਆਗੇ ਹੋਏ ਚਾਹੇ ਖੜਨੋ, ਫਿਰ ਦੂਜੇ ਸਿੱਖ ਨੇ, ਫਿਰ ਤੀਜੇ ਨੇ, ਏਦਾਂ 5 ਸਿੱਖਾਂ ਨੇ ਸੀਸ ਭੇਟ ਕੀਤੇ। ਸੀਸ ਕਟਾਏ ਬੋ ਸਿੱਖ ਚੈ ਮਰਨੋ, ਉਹਨਾਂ 5 ਨੂੰ ਵੇਖ ਕੇ ਫਿਰ 5 ਹੋਰ ਤਿਆਰ ਹੋਏ। ਉਹਨਾਂ ਨੂੰ ਵੇਖ ਕੇ ਫਿਰ ਤਾਂ 32 ਸਿੱਖ ਤਿਆਰ ਹੋ ਗਏ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ 'ਚ ਭੇਟ ਕਰਨ ਲਈ। ਏਦਾਂ ਜਿਹੜੇ ਉਹ 5 ਸਿੱਖ ਨੇ ਨਾ ਪਹਿਲਾਂ ਜਿਹੜੇ ਹਾਜ਼ਰ ਹੋਏ, ਉਹ ਜਿੱਥੇ 5 ਪਿਆਰੇ ਨੇ, ਉੱਥੇ ਜਿਉਂਦੇ 5 ਜੀਵਨ ਮੁਕਤ ਸ਼ਹੀਦ ਵੀ ਨੇ। ਕਿਉਂਕਿ ਇੱਕ ਵਾਰੀ ਸੀਸ ਦੇ ਦਿੱਤੇ, 7 ਸ਼ਹੀਦ ਤਾਂ ਹੋ ਗਏ ਨਾ। ਉਹ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸੀਸ ਭੇਟ ਕਰ ਦਿੱਤਾ, ਸੀਸ ਕੱਟੇ ਗਏ ਧੜ ਨਾਲੋਂ, ਉਹ ਤਾਂ ਸ਼ਹੀਦ ਹੋ ਗਏ ਨਾ। ਇਹ ਤਾਂ ਗੁਰੂ ਸਾਹਿਬ ਦੀ ਕਲਾ ਵਰਤੀ। ਉਹ ਜਿਉਂਦੇ ਸ਼ਹੀਦ, ਕਹਿੰਦੇ ਇਹ ਪਦਵੀ ਕਲਗੀਧਰ ਜੀ ਨੇ ਸਭ ਤੋਂ ਪਹਿਲਾਂ ਆਪਣੇ 5 ਸਿੰਘਾਂ ਨੂੰ ਪ੍ਰਦਾਨ ਕੀਤੀ। ਬਾਬਾ ਦੀਪ ਸਿੰਘ ਵਰਗੇ ਫਿਰ ਅਨੇਕਾਂ ਹੀ ਸਿੰਘ ਹੋਏ ਜਿਹੜੇ ਫਿਰ ਜਿਉਂਦੇ ਸ਼ਹੀਦ ਕਹਾਏ। ਸਿਰ ਧੜ ਤੋਂ ਵੱਖਰਾ ਹੋਣ ਤੋਂ ਬਾਅਦ ਵੀ ਲੜਦੇ ਆ ਯੋਧੇ। ਹਾਂਜੀ, ਦੋਹਰਾ ਮਿਹਰ ਸਿੰਘ ਇੱਕ ਸਿੰਘ ਹੁਤੋ ਦਿੱਲੀ ਮਦ ਘੁਮਿਆਰ। ਇਹ ਤੇ ਸੀ ਕਲਗੀਧਰ ਪਾਤਸ਼ਾਹ ਜੀ ਨੇ ਸ਼ਹੀਦ ਪਦਵੀ ਜਿਹੜੀ ਹੈ ਉਹ ਆਪਣੇ ਸਿੱਖਾਂ ਨੂੰ ਕਿਵੇਂ ਬਖਸ਼ਿਸ਼ ਕੀਤੀ, ਜਿਉਂਦਿਆਂ ਨੂੰ।
ਹੁਣ ਜਿਹੜੀ ਕੱਲ ਜ਼ਿਕਰ ਕੀਤਾ ਸੀ ਕੱਲ ਦੀ ਕਥਾ 'ਚ ਕਿ ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਕਈ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ, ਜਿਹੜੇ ਸਿੱਖ ਸੰਸਥਾਵਾਂ ਵਿੱਚੋਂ ਹੀ, ਸਿੱਖਾਂ ਵਿੱਚੋਂ ਹੀ ਚੱਲੇ ਸੀ। ਅਕਸਰ ਉਹਨਾਂ ਵੱਡਿਆਂ ਮਹਾਂਪੁਰਸ਼ਾਂ ਗੁਰਸਿੱਖਾਂ ਨੇ ਭਜਨ ਕੀਤਾ ਹੁੰਦਾ, ਅੱਗੋਂ ਜਿਹੜੇ ਚੇਲੇ ਚਾਟੜੇ ਹੁੰਦੇ ਆ ਉਹਨਾਂ ਨੂੰ ਬਦੋ ਬਦੀ ਗੁਰੂ ਬਣਾ ਦਿੰਦੇ ਆ। ਕੋਈ ਕੰਮ ਬਾਬਾ ਬੰਦਾ ਸਿੰਘ ਜੀ ਨੇ ਗੁਰੂ ਕਹਾਇਆ ਨਹੀਂ, ਬਾਅਦ ਵਿੱਚ ਚੇਲਿਆਂ ਨੇ ਗੁਰੂ ਬਣਾ ਲਿਆ। ਇਸੇ ਤਰ੍ਹਾਂ ਬਾਬਾ ਗੁਲਾਬ ਰਾਏ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ। ਹੁਣ ਇੱਕ ਨਾਂ ਦਾ ਜ਼ਿਕਰ ਆਉਣ ਲੱਗਾ, ਇਹਨੇ ਗੰਗੂ ਸ਼ਾਹੀ ਹੈ। ਗੰਗੂ ਸ਼ਾਹ ਜੀ ਇਹ ਮਹਾਨ ਗੁਰਸਿੱਖ ਹੋਏ, ਗੰਗੂ ਦਾਸ ਇਹਨਾਂ ਨੂੰ ਕਹਿੰਦੇ ਸੀ। ਇਹ ਗੜ੍ਹ ਸ਼ੰਕਰ ਦੇ ਇਲਾਕੇ ਦੇ ਰਹਿਣ ਵਾਲੇ ਸੀ, ਬਸੀ ਖੱਤਰੀ ਸੀ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਜਾ ਕੇ ਨਾ ਸਿੱਖੀ ਧਾਰਨ ਕੀਤੀ ਸੀ। 22 ਮੰਜੀਆਂ 'ਚ ਇੱਕ ਮੰਜੀ ਇਹਨਾਂ ਨੂੰ ਵੀ ਮਿਲੀ ਸੀ, ਗੰਗੂ ਦਾਸ ਜੀ ਨੂੰ। ਉਹਨਾਂ ਤੋਂ ਬਾਅਦ ਕੁਝ ਸਮੇਂ ਤੋਂ ਬਾਅਦ ਇਹਨਾਂ ਵਿੱਚ ਫਿਰ ਜਦੋਂ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਤੇ ਇਹਨਾਂ ਦੇ ਜਿਹੜੇ ਅੱਗੇ ਮੰਤ ਸੀ ਉਹ ਵੀ ਆਪਣੇ ਆਪ ਨੂੰ ਗੁਰੂ ਕਹਾ ਕੇ ਪੂਜਾ ਕਰਾਉਣ ਲੱਗ ਪਏ ਤੇ ਸਿੰਘਾਂ ਨਾਲ, ਤੱਤ ਖਾਲਸੇ ਨਾਲ ਲੜਾਈ ਪੜਾਈ ਕਰਨੀ, ਬਹਿਸਬਾਜ਼ੀਆਂ ਕਰਨੀਆਂ। ਸਿੰਘਾਂ ਨੇ ਕਹਿਣਾ ਭਾਈ ਗੁਰੂ ਗ੍ਰੰਥ ਸਾਹਿਬ ਨੇ ਜਾਂ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਗੁਰੂ ਪੰਥ ਨੂੰ ਗੁਰਿਆਈ ਦੇ ਗਏ ਨੇ। ਇਹਨਾਂ ਕਹਿਣਾ ਜੀ ਨਹੀਂ ਅਸੀਂ ਵੀ। ਉਹ ਗੰਗੂ ਸ਼ਾਹੀਆਂ ਦਾ ਇੱਕ ਵੱਡਾ ਕੇਂਦਰ ਅੰਬਾਲੇ ਦੇ ਇਲਾਕੇ 'ਚ ਦਾਊ ਪਿੰਡ ਹੈ, ਉੱਥੇ ਹੁਣ ਵੀ ਉਹਨਾਂ ਦਾ ਸਥਾਨ ਹੈ, ਭਾਵੇਂ ਕਿ ਕਥਾ ਕੀਰਤਨ ਗੁਰਬਾਣੀ ਦੇ ਪ੍ਰਵਾਹ ਚੱਲਦੇ ਆ ਹੁਣ। ਪਰ ਉਸ ਵੇਲੇ ਇਹਨਾਂ ਵਿੱਚੋਂ ਜਵਾਰ ਸਿੰਘ ਝੰਡਾ, ਜਵਾਰ ਸਿੰਘ ਵਰਗੇ ਬੜੇ ਬੜੇ ਇਹਨਾਂ ਦੀ ਬਾਬਾ ਗੰਗੂ ਸ਼ਾਹ ਜੀ ਦੇ ਪਰਿਵਾਰਾਂ ਵਿੱਚੋਂ ਅੱਗੇ ਗੱਦੀ ਤੇ ਹੋਏ। ਪਹਾੜ ਦੇ ਇਲਾਕੇ ਵਿੱਚ ਇਹਨਾਂ ਦੀ ਬੜੀ ਮਹਿਮਾ ਰਹੀ ਹੈ ਤੇ ਜਵਾਰ ਸਿੰਘ ਜੀ ਉਹਨਾਂ ਦਾ ਦਿਉਰਾ ਖਟਕੜ ਕਲਾਂ ਜਲੰਧਰ ਦੇ ਵਿੱਚ ਉੱਥੇ ਹੈ। ਦਾਊ ਨਗਰ ਦੇ ਵਿੱਚ ਇਹਨਾਂ ਦਾ ਵੱਡਾ ਅੰਬਾਲੇ ਦੇ ਨੇੜੇ ਦਾਊ ਪਿੰਡ ਨੂੰ ਕਿਹਾ ਜਾਂਦਾ ਹੈ, ਉੱਥੇ ਵੀ ਇਹਨਾਂ ਦਾ ਪ੍ਰਸਿੱਧ ਸਥਾਨ ਹੈ। ਇਹਨਾਂ ਦੇ ਵੀ ਕੁਝ ਸਮੇਂ ਲਈ ਇੱਕ ਜਗ੍ਹਾ ਤੇ ਸਿੰਘਾਂ ਨਾਲਾ ਸਰਹੰਦ, ਆਪਣੇ ਨੇੜੇ ਸਰਹੰਦ ਸ਼ਹਿਰ ਹੈ, ਇੱਥੇ ਆਪਸੀ ਤਕਰਾਰਬਾਜ਼ੀ ਹੋਈ ਸੀ। ਉਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਕਰਨ ਲੱਗੇ ਨੇ। ਕਹਿੰਦੇ ਮਿਹਰ ਸਿੰਘ ਇੱਕ ਸਿੰਘ ਹੋ ਤੋ ਦਿੱਲੀ ਮਦ ਕੁਮਿਆਰ। ਪ੍ਰਜਾਪਤੀ ਕਹਿੰਦੇ ਜੀ ਕੁਮਿਆਰ ਜਿਹੜਾ ਮਿੱਟੀ ਦੇ ਭਾਂਡੇ ਵਗੈਰਾ ਬਣਾਵੇ, ਬਰਤਨ ਬਣਾਵੇ, ਘੜੇ ਬਣਾਵੇ, ਕੁਮਿਆਰ ਉਹਨੂੰ ਖਾਲਸੀ ਬੋਲੇ ਵਿੱਚ ਪ੍ਰਜਾਪਤ ਸਿੰਘ ਕਹਿ ਦਿੰਦੇ ਆ। ਪ੍ਰਜਾਪਤ ਸਿੰਘ ਸੀ, ਇਹਦਾ ਨਾਂ ਸੀ ਭਾਈ ਮਿਹਰ ਸਿੰਘ। ਇਹ ਦਿੱਲੀ ਦਾ ਰਹਿਣ ਵਾਲਾ ਸੀ। ਬਾਵਨੀ ਆਇਓ ਸਰਹੰਦ ਕੀ ਸਿੰਘ 10 ਕੁਰੇ ਉਸ ਨਾਰੇ। ਇਹ ਤਿਆਰ ਬਰ ਤਿਆਰ ਸਿੰਘ ਸੀ ਸਤਿਗੁਰਾਂ ਦਾ ਅੰਮ੍ਰਿਤਧਾਰੀ ਭਾਈ ਮਿਹਰ ਸਿੰਘ। ਇਹ ਬਾਵਨੀ ਹੈ ਦਿੱਲੀ ਦਾ ਸੀ, ਇਹ ਆ ਗਿਆ ਬਾਵਨੀ ਸਰਹੰਦ, ਸਰਹੰਦ ਸ਼ਹਿਰ। 10 ਕੁ ਸਿੰਘ ਇਹਦੇ ਨਾਲ ਤਿਆਰ ਬਰ ਤਿਆਰ ਹੋਰ ਰਹਿੰਦੇ ਸੀ, ਜਿਹੜੇ ਉਹ ਵੀ ਅੰਮ੍ਰਿਤਧਾਰੀ, ਬਾਣੀ ਪੜਨ ਵਾਲੇ, ਭਜਨ ਕਰਨ ਵਾਲੇ, ਰਹਿਤ ਬਹਿਤ ਵਿੱਚ ਪੱਕੇ। ਜੋ ਪਈ ਵਹੀ ਪੁਚੰਗਨ ਤੋਰ ਸੋ ਰਹੇ। ਕਹਿੰਦੇ ਜਿਹੜੇ ਭੁਜੰਗੀਆਂ ਦੇ ਤੌਰ ਹੁੰਦੇ ਆ, ਭੁਜੰਗੀਆਂ ਮਤਲਬ ਸਿੰਘਾਂ ਵਾਲੇ ਤੌਰ ਤਰੀਕੇ, ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਰਹਿਣਾ। ਕਹਿੰਦੇ ਭਾਈ ਮਿਹਰ ਸਿੰਘ ਜੀ ਔਰ ਇਹਨਾਂ ਦੇ ਨਾਲ ਜਿਹੜੇ 10 ਸਿੰਘ ਹੋਰ ਸੀ ਉਹ ਤਿਆਰ ਬਰ ਤਿਆਰ ਰਹਿੰਦੇ ਸ਼ਸਤਰਧਾਰੀ ਹੋ ਕੇ। ਰਾਮ ਰਈਨ ਗੰਗੂ ਸ਼ਾਇਨ ਸੋਖੇ। ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ ਸੀ ਗੁਰਬਾਣੀ ਦਾ, ਵਹੀਰ ਚੱਲਦੇ ਸੀ ਸਿੰਘਾਂ ਦੇ, ਪਿੰਡ ਪਿੰਡ ਜਾ ਕੇ ਪ੍ਰਚਾਰ ਪ੍ਰਸਾਰ ਕਰਨਾ। ਕਿਤੇ ਇਹਨਾਂ ਨੂੰ ਕੋਈ ਰਾਮ ਰਾਈਆ ਟੱਕਰਨਾ ਤੇ ਰਾਮ ਰਾਈਆਂ ਨਾਲ ਇਹਨਾਂ ਨੇ ਫਿਰ ਬਹਿਸ ਹੋ ਜਾਣੀ। ਰਾਮ ਰਾਈਆਂ ਨੇ ਕਹਿਣਾ ਜੀ ਸਾਡੇ ਤਾਂ ਗੁਰੂ ਰਾਮ ਰਾਏ ਜੀ ਨੇ, ਇਹਨਾਂ ਕਹਿਣਾ ਉਹ ਨਾ ਤੁਸੀਂ ਖੋਟੇ ਹੋ, ਰਾਮ ਰਾਏ ਜੀ ਬਖਸ਼ੇ ਗਏ ਨੇ, ਤੁਸੀਂ ਨਹੀਂ ਬਖਸ਼ੇ ਗਏ। ਫਿਰ ਕਈ ਥਾਵਾਂ ਤੇ ਜਿਹੜੇ ਗੰਗੂ ਸ਼ਾਹੀ ਸਨ ਉਹ ਮਿਲ ਜਾਣੇ ਭਾਈ ਮਿਹਰ ਸਿੰਘ ਹੋਣਾ ਨੂੰ। ਇਹ ਜ਼ਿਆਦਾ ਇੱਧਰ ਸਰਹੰਦ ਦੇ ਇਲਾਕੇ 'ਚ ਵਿਚਰੇ ਭਾਈ ਮਿਹਰ ਸਿੰਘ ਹੋਣੀ। ਕਈ ਥਾਵਾਂ ਤੇ ਗੰਗੂ ਸ਼ਾਹੀਆਂ ਨਾਲ ਤਕਰਾਰਬਾਜ਼ੀ ਹੋ ਜਾਣੀ, ਕਿਤੇ ਰਾਮ ਰਾਈਆਂ ਨਾਲ ਹੋ ਜਾਣੀ। ਸਾਥ ਜੋੜੀ ਕੇ ਰਬਾਬ ਵਜਾਵੇ। ਇਹ ਪਿੰਡ ਪਿੰਡ ਜਾਣਾ, ਇਹਨਾਂ ਨੇ 10 ਕੁ ਸਿੰਘ ਇਹਨਾਂ ਦੇ ਨਾਲ ਹੁੰਦੇ ਸੀ, ਇਹਨਾਂ ਨੇ ਜੋੜੀ ਵਜਾਣੀ, ਰਬਾਬ ਵਜਾਣੀ ਤੇ ਕੀਰਤਨ ਕਰਨਾ, ਪਿੰਡ ਪਿੰਡ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ। ਸ਼ਸਤਰਧਾਰੀ ਵੀ ਸੀ,
ਨਾਲੇ ਪਿੰਡ ਪਿੰਡ ਜਾ ਕੇ ਵਿਚਰ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ, ਸਵੇਰੇ ਸ਼ਾਮ ਦੀਵਾਨ ਸਜਾਉਣੇ, ਧਰਮਸ਼ਾਲਾਵਾਂ ਵਿੱਚ ਗੁਰੂ ਘਰਾਂ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਚਲਾਉਣੇ, 4 ਵਕਤ ਸ਼ਬਦ ਗੁਰ ਕੇ ਗਾਵੇ। ਔਰ ਗੁਰਬਾਣੀ ਦਾ ਕੀਰਤਨ ਕਰਨਾ। ਕਈ ਵਾਰੀ ਦਿਨੇ ਵੀ ਦੀਵਾਨ ਸਜਾਣਾ, ਜਦੋਂ ਮਨ ਕਰਨਾ ਵੀ ਦਿਨ 'ਚ 4-4 ਪਿੰਡਾਂ ਵਿੱਚ ਵੀ ਜਾ ਕੇ ਨਾ ਇਹਨਾਂ ਨੇ ਕੀਰਤਨ ਕਰਨਾ, ਰਬਾਬ ਵਜਾਣੀ, ਨਾਲ ਜੋੜੀ ਵਜਾਣੀ, ਤੇ ਭਾਈ ਮੇਹਰ ਸਿੰਘ ਹੋਣਾ ਨੇ ਕੀਰਤਨ ਕਰਨਾ, ਨਾਲ ਸਿੰਘਾਂ ਨੇ ਵੀ ਕੀਰਤਨ ਕਰਨਾ। ਤੇ ਪਿੰਡਾਂ 'ਚ ਆਮ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਸੀ ਗੰਗੂ ਸ਼ਾਹੀਆਂ ਨੇ, ਤੇ ਉਧਰ ਰਾਮ ਰਾਈਆਂ ਨੇ, ਹੋਰ ਵੀ ਬਹੁਤ ਤੁਰੇ ਫਿਰਦੇ ਸੀ, ਅੱਗੇ ਉਹਨਾਂ ਦਾ ਵੀ ਜ਼ਿਕਰ ਆ ਜਾਣਾ। ਉਹਨਾਂ ਚੋਂ ਆ ਨਿਰੰਜਨੀਏ, ਜਿਹੜਾ ਹਰ ਭਗਤ ਨਿਰੰਜਨੀਆਂ ਹੋਇਆ ਪੰਥ ਦੋਖੀ, ਇਹ ਨਿਰੰਜਨੀਏ ਵੀ ਪਹਿਲਾਂ ਪਿੱਛੇ ਗੁਰੂ ਘਰ ਦੇ ਨਾਲ ਹੀ ਜੁੜਦੇ, ਪਰ ਇਹਨਾਂ ਨੇ ਸੰਗਤ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ਹੋਇਆ ਸੀ। ਜਿਵੇਂ ਇਹ ਸਮਝਦੇ ਸੀ ਵੀ ਸੰਗਤ ਤਾਂ ਨਖਸਮੀ ਆ, ਕਿਉਂਕਿ ਸਿੰਘ ਤਾਂ ਜੰਗਾਂ ਯੁੱਧਾਂ ਵਿੱਚ ਸੀ, ਪਿੰਡਾਂ 'ਚ ਪ੍ਰਚਾਰ ਪ੍ਰਸਾਰ ਘੱਟ ਹੋ ਰਿਹਾ ਸੀ, ਉਹ ਨਖਸਮੇ ਜਿਹਾ ਸਮਝ ਕੇ ਹਰ ਇੱਕ ਨੇ ਆਪਣੇ ਪਿੱਛੇ ਲਾਇਆ ਹੋਇਆ ਸੀ। ਭਾਈ ਮੇਹਰ ਸਿੰਘ ਜੀ ਨੇ ਪਿੰਡ ਪਿੰਡ ਜਾਣਾ, ਕੀਰਤਨ ਦਾ ਕਥਾ ਦਾ ਪ੍ਰਵਾਹ ਚਲਾਉਣਾ, ਕਈ ਵਾਰੀ 4-4 ਪਿੰਡਾਂ ਦੇ ਵਿੱਚ ਵੀ ਫਿਰ ਕੇ ਆਉਣਾ। ਕਰੇ ਅਰਦਾਸ ਗੁਰ ਫਤਿਹ ਬੁਲਾਵੇ। ਕੀਰਤਨ ਕਰਨਾ, ਕੀਰਤਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਕਰਨੀ, ਫਿਰ ਫਤਿਹ ਗਜਾਉਣੀ, ਵਾਹਿਗੁਰੂ ਬੋਲ ਸੋ ਜਾਪ ਜਪਾਵੇ। ਔਰ ਸੰਗਤ ਨੂੰ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਾਉਣਾ। ਜਿਸ ਪਿੰਡ 'ਚ ਜਾਣਾ, ਕਥਾ ਹੋਣੀ, ਕੀਰਤਨ ਹੋਣਾ, ਉੱਥੇ ਨਾਲ ਨਾਲ ਇਹਨਾਂ ਨੇ ਸਿਮਰਨ ਕਰਾਉਣਾ ਸੰਗਤ ਨੂੰ, ਕਹਿਣਾ ਸਾਧ ਸੰਗਤ ਜੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਕਿਉਂਕਿ ਕੱਚਿਆਂ ਪਿੱਲਿਆਂ ਨੇ ਆਪਣੇ ਮੰਤਰ ਦੇਣੇ ਸ਼ੁਰੂ ਕਰ ਦਿੱਤੇ ਸੀ ਬਹੁਤ ਸਾਰੇ ਪਿੰਡਾਂ 'ਚ ਲੋਕਾਂ ਨੂੰ। ਭਾਈ ਮੇਹਰ ਸਿੰਘ ਨੇ ਆਖਣਾ ਖਾਲਸਾ ਜੀ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ, ਵਾਹਿਗੁਰੂ ਗੁਰਮੰਤਰ ਦਾ ਜਾਪ ਜਪਣਾ ਨਾਲੇ ਤੇ ਨਾਲੇ ਜਪਾਉਣਾ। ਹੱਥ ਸੋਟੇ ਗਲ ਰੱਖੇ ਤਲਵਾਰ। ਹੁਣ ਮੇਹਰ ਸਿੰਘ ਦਾ ਸਰੂਪ ਦੱਸਦੇ ਵੀ ਕਿਹੋ ਜਿਹਾ ਸੀ, ਪੁਸ਼ਾਕ ਕਿਹੋ ਜੀ ਸੀ। ਕਹਿੰਦੇ ਭਾਈ ਮੇਹਰ ਸਿੰਘ ਜੀ ਹੱਥ ਵਿੱਚ ਇੱਕ ਚੰਗਾ ਵੱਡਾ ਅਕਲਦਾਨ ਰੱਖਿਆ ਕਰਦੇ ਸੀ, ਜਿਹਨੂੰ ਖਾਲਸੀ ਬੋਲੇ 'ਚ ਪੰਜਵਾਂ ਵੇਦ ਵੀ ਕਹਿ ਦਿੰਦੇ ਆ, ਸਲੋਤਰ ਵੀ ਕਹਿ ਦਿੰਦੇ ਆ, ਅਕਲਦਾਨ ਵੀ ਕਹਿ ਦਿੰਦੇ, ਤੇ ਆਪਾਂ ਆਪਣੀ ਬੋਲੀ 'ਚ ਕਹਿ ਦਿੰਦੇ ਆ ਡੰਡਾ। ਨਿਹੰਗ ਸਿੰਘਾਂ ਦੀ ਬੋਲੀ 'ਚ ਉਹਨੂੰ ਕਹਿ ਦਿੰਦੇ ਆ ਅਕਲਦਾਨ, ਅਕਲ ਦਿੰਦਾ, ਜਿਹੜਾ ਕੋਈ ਵਿਗੜਿਆ ਹੋਵੇ ਉਹਨੂੰ ਅਕਲ ਵੀ ਦਿੰਦਾ। ਪੰਜਵਾਂ ਵੇਦ ਵੀ ਕਹਿ ਦਿੰਦੇ ਆ, ਜਿਹੜਾ 4 ਵੇਦਾਂ ਨਾਲ ਨਾ ਸਮਝੇ ਉਹਨੂੰ ਫਿਰ ਪੰਜਵਾਂ ਵੇਦ ਸਮਝਾਉਂਦਾ। 4 ਵੇਦਾਂ 'ਚ ਕਿੰਨਾ ਗਿਆਨ ਨਾ ਸਮਝੇ ਫਿਰ ਪੰਜਵੇਂ ਵੇਦ ਨਾਲ ਵੀ ਸਮਝਾਉਣ ਦੀ ਪਰੰਪਰਾ ਹੈ ਨਾ। ਇਸ ਕਰਕੇ ਕਈ ਨਾਂ ਰੱਖੇ ਹੋਏ ਸਿੰਘਾਂ ਨੇ ਇਹਦੇ। ਤੋ ਜਿਹੜਾ ਇਹ ਭਾਈ ਮੇਹਰ ਸਿੰਘ ਸੀ, ਇਹਦਾ ਰੂਪ ਦੱਸਦਿਆ ਵੀ ਕਿਉਂ ਇਹਦੇ ਹੱਥ ਦੇ ਵਿੱਚ ਵੱਡਾ ਡੰਡਾ, ਚੰਗਾ ਸਲੋਤਰ ਉਹ ਰੱਖਣਾ। ਡੇਰਾ ਕਰੇ ਜਾ ਸਿੱਖਨ ਬਾਰ। ਗਾਤਰੇ 'ਚ ਤਲਵਾਰ ਰੱਖਣੀ ਸ਼੍ਰੀ ਸਾਹਿਬ, ਇਨਸਾਨ ਤੇ ਚਾੜ ਕੇ ਤਿੱਖੀ ਕਰਕੇ, ਤੇ ਫਿਰ ਜਿੱਥੇ ਵੀ ਡੇਰਾ ਕਰਨਾ, ਜਿੱਥੇ ਪਿੰਡਾਂ ਦੇ ਵਿੱਚ ਕੋਈ ਸਿੱਖਾਂ ਦੇ ਘਰ ਹੋਣੇ, ਉੱਥੇ ਜਾ ਕੇ ਇਹਨਾਂ ਨੇ ਪੜਾਅ ਕਰਨਾ। ਕਿਸੇ ਪਿੰਡ 'ਚ ਕਿਤੇ ਸਿੱਖਾਂ ਦੇ ਘਰ ਹੋਣੇ, ਪਤਾ ਲੱਗਣਾ ਵੀ ਫਲਾਣੇ ਪਿੰਡ 'ਚ ਸਿੱਖ ਨੇ, ਉੱਥੇ ਜਾ ਕੇ ਇਹਨਾਂ ਨੇ ਡੇਰਾ ਕਰਨਾ, 2-4 ਦਿਨ 5 ਦਿਨ ਉੱਥੇ ਰਹਿਣਾ, ਗੁਰਬਾਣੀ ਦਾ ਜਾਪ ਜਪਾਉਣਾ, ਪਿੰਡ ਦੇ ਵਿੱਚ ਕਥਾ ਕੀਰਤਨ ਕਰਕੇ ਪ੍ਰਚਾਰ ਕਰਨਾ, ਅੰਮ੍ਰਿਤ ਸੰਚਾਰ ਕਰਨੇ, ਗੁਰਸਿੱਖਾਂ ਨੂੰ ਜੋੜਨਾ। ਏਦਾਂ ਇਹ ਕਰਿਆ ਕਰਦੇ ਸੀ। ਨੀਲ ਬਸਤਰ ਗਜ ਸਵਾ ਕਛਹਿਰੇ। ਨੀਲੇ ਰੰਗ ਦਾ ਚੋਲਾ ਪਾਇਆ ਕਰਦੇ ਸੀ। ਨਿਹੰਗ ਸਿੰਘ ਬਾਣੇ 'ਚ ਸਨ ਭਾਈ ਮੇਹਰ ਸਿੰਘ ਜੀ, ਤੋ ਨੀਲੇ ਰੰਗ ਦਾ ਚੋਲਾ ਪਹਿਨਦੇ, ਨੀਲ ਬਸਤਰ, ਗਜ ਸਵਾ ਕਛਹਿਰੇ, ਲੰਮਾ ਜਿਹੜਾ ਵੱਡਾ ਸਵਾ ਗਜ ਦਾ ਕਛਹਿਰਾ ਹੁੰਦਾ ਗੋਡਿਆਂ ਤੱਕ, ਉਹ ਕਛਹਿਰਾ ਆਪਣੇ ਤਨ ਤੇ ਸਰੀਰ ਤੇ ਧਾਰਨ ਕਰਿਆ ਕਰਦੇ। ਕਛਹਿਰੇ ਦੀ ਮਰਿਆਦਾ ਬਾਬਤ ਤਕਰੀਬਨ ਇਦਾਂ ਹੀ ਕਿਹਾ ਜਾਂਦਾ ਵੀ ਗੋਡੇ ਦੀ ਚੱਪਣੀ ਨੂੰ ਘਟੋ ਘੱਟ ਕੱਜਦਾ ਹੋਵੇ, ਕਛਹਿਰਾ ਇੰਨਾ ਕੁ ਹੋਣਾ ਚਾਹੀਦਾ ਸਰੀਰ ਤੇ। ਤੋ ਕਛਹਿਰਾ ਵੀ ਕਹਿੰਦੇ ਸਵਾ ਕ ਗਜ, ਜਿਹੜਾ ਪੁਰਾਣੇ ਗਜ ਵੱਡੇ ਸਨ ਉਹਦੇ ਮੁਤਾਬਕ ਉਹ ਕਛਹਿਰਾ ਇਹਨਾਂ ਨੇ ਸਰੀਰ ਤੇ ਧਾਰਨ ਕਰਨਾ। ਕੇਸੀ ਨਹਾਏ ਪ੍ਰਾਤ ਉੱਠ ਪੈਰੇ। ਅੰਮ੍ਰਿਤ ਵੇਲੇ ਉੱਠਣਾ, ਤਿਆਰ ਬਰ ਤਿਆਰ ਹੋਣਾ। ਇਸ਼ਨਾਨ ਜਿੱਥੇ ਸਰੀਰ ਦਾ ਕਰਨਾ, ਉੱਥੇ ਕੇਸਾਂ ਦਾ ਵੀ ਇਸ਼ਨਾਨ ਰੋਜ਼ ਕਰਦੇ। ਕੇਸੀ ਇਸ਼ਨਾਨ ਕਰਕੇ ਪਹਿਰ ਰਾਤ ਰਹਿੰਦੇ ਉੱਠ ਕੇ ਤਿਆਰ ਬਰ ਤਿਆਰ ਹੁੰਦੇ। ਕਰੇ ਅਰਦਾਸ
ਬਾਣੀ ਨਿਤ ਪੜੇ। ਅਰਦਾਸ ਕਰਨੀ ਨਾਲ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ, ਸੁਖਮਣੀ ਸਾਹਿਬ ਪੜ੍ਹਨਾ, ਚੰਡੀ ਦੀ ਵਾਰ ਪੜ੍ਹਨੀ, ਆਸਾ ਦੀ ਵਾਰ ਪੜ੍ਹਨੀ, ਕੀਰਤਨ ਵਜ ਰੂਪ ਵਿੱਚ ਏਦਾਂ ਗੁਰਬਾਣੀ ਦਾ ਜਾਪ ਕਰਦੇ ਰਹੇ ਸੁਚੇਤ ਨਾ ਕਿਸ ਤੇ ਡਰੇ। ਤਿਆਰ ਬਰ ਤਿਆਰ ਰਹਿੰਦੇ ਸੀ, ਕਿਸੇ ਤੋਂ ਕੋਈ ਡਰ ਨਹੀਂ ਸੀ। 10 ਸਿੰਘ ਸੀ, 10 ਹੀ ਸ਼ਸਤਰ ਧਾਰੀ, ਨੀਲੇ ਬਾਣਿਆਂ 'ਚ ਹੀ ਰਹਿਣਾ ਤੇ ਸਭ ਦੇ ਕੋਲ ਸ਼ਸਤਰ ਹੋਣੇ। ਤਿਆਰ ਬਰ ਤਿਆਰ ਹੋ ਕੇ ਰਹਿੰਦੇ, ਕਿਸੇ ਤੋਂ ਕੋਈ ਭੈ ਨਹੀਂ ਮੰਨਦੇ, ਝਿਜਕ ਨਹੀਂ ਮੰਨਦੇ। ਦੋਹਰਾ ਜੈ ਸੰਗਤ ਸੁਨੇ ਗੁਰ ਦਸਮ ਕੀ, ਤੈਂ ਡੇਰਾ ਲਾਏ ਸੁਜਾਏ। ਭਾਈ ਮੇਹਰ ਸਿੰਘ ਨੇ ਜਦੋਂ ਸੁਣਨਾ ਵੀ ਫਲਾਣੇ ਪਿੰਡ 'ਚ ਗੁਰੂ ਕਲਗੀਧਰ ਦੀ ਸੰਗਤ ਰਹਿੰਦੀ, ਜਿੱਥੇ ਸੰਗਤ ਸੁਣਨੀ ਕਿ ਕਲਗੀਧਰ ਦੇ ਸਿੰਘ ਰਹਿੰਦੇ ਆ, ਸੰਗਤ ਰਹਿੰਦੀ ਹੈ, ਉਸੇ ਪਿੰਡ 'ਚ ਜਾ ਕੇ ਆਪਣਾ ਡੇਰਾ ਕਰਦੇ ਸਨ। ਰਾਮ ਰਈਨ ਗੰਗਈ ਕੁੜੀ ਕੁੱਟ, ਮੀਣੇ ਮਸੰਦ ਖੁਜਾਏ। ਜਿੱਥੇ ਪਤਾ ਲੱਗਣਾ ਵੀ ਫਲਾਣੇ ਪਿੰਡ 'ਚ ਰਾਮ ਰਾਈਏ ਰਹਿੰਦੇ ਆ, ਜਾਂ ਗੰਗੂ ਸ਼ਾਹੀਏ ਰਹਿੰਦੇ ਆ, ਜਾਂ ਕੁੜੀ ਮਾਰ ਰਹਿੰਦੇ ਆ, ਮੀਣੇ ਰਹਿੰਦੇ ਆ ਬਾਬੇ ਪ੍ਰਿਥੀਏ ਦੇ ਟੱਬਰ 'ਚੋਂ, ਜਾਂ ਮਸੰਦਾਂ ਦੇ ਜਿਹੜੇ ਅੱਗੇ ਚੇਲੇ ਚਾਟੜੇ ਉਹ ਰਹਿੰਦੇ ਆ, ਉਸ ਪਿੰਡ ਨਹੀਂ ਜਾਂਦੇ, ਉੱਥੋਂ ਟਾਲਾ ਵੱਟ ਜਾਂਦੇ ਆ। ਜਿਸ ਪਿੰਡ 'ਚ ਗੁਰੂ ਕੀ ਸੰਗਤ ਹੁੰਦੀ ਹੈ, ਉਸ ਪਿੰਡ 'ਚ ਜਾ ਕੇ ਗੁਰਬਾਣੀ ਦਾ ਜਾਪ ਕਰਦੇ ਤੇ ਜਪਾਉਂਦੇ ਨੇ। ਚੋਪਈ ਸਮਾਂ ਇੱਕ ਦਿਨ ਐਸਾ ਪਇਓ। ਕਹਿੰਦੇ ਏਦਾਂ ਇਹ ਪ੍ਰਚਾਰ ਕਰਦੇ ਸੀ। ਇੱਕ ਦਿਨ ਇਹੋ ਜਿਹਾ ਪਿੰਡ 'ਚ ਵਿਚਰਦਿਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਵੀ ਸਨ ਇਹਨਾਂ ਨਾਲ। ਕਈ ਥਾਵਾਂ ਤੇ ਰਾਮ ਰਾਈਆਂ ਨਾਲ ਬਹਿਸਬਾਜ਼ੀ ਹੋ ਜਾਣੀ, ਕਿਤੇ ਗੰਗੂ ਸ਼ਾਹੀਆਂ ਦੇ ਨਾਲ, ਕਿਤੇ ਮੀਣੇ ਮਿਲ ਜਾਣੇ ਉਹਨਾਂ ਦੇ ਨਾਲ। ਤੇ ਇਹਨਾਂ ਨੇ ਕਹਿਣਾ ਕਿ ਸਾਨੂੰ ਤਾਂ ਮਹਾਰਾਜ ਜੀ ਦਾ ਹੁਕਮ ਹੈ ਕਿ ਮੀਣੇ, ਮਸੰਦੀਏ, ਰਾਮ ਰਾਈਏ, ਧੀਰ ਮੱਲੀਏ, ਨੜੀ ਮਾਰ, ਕੁੜੀ ਮਾਰ, ਇਹਨਾਂ ਦੀ ਸੰਗਤ ਨਹੀਂ ਕਰਨੀ ਭਾਈ, ਤੁਸੀਂ ਜਾਓ ਸਾਡੇ ਕੋਲ। ਉਹਨਾਂ ਨੇ ਫਿਰ ਕਈਆਂ ਨੇ ਬਹਿਸਬਾਜ਼ੀ ਕਰਨੀ ਇਹਨਾਂ ਦੇ ਨਾਲ, ਇਹਨਾਂ ਫਿਰ ਅੱਗੋਂ ਜਵਾਬ ਦੇ ਦੇਣਾ। ਕਈ ਥਾਵਾਂ ਤੇ ਇਦਾਂ ਬਹਿਸਬਾਜ਼ੀ ਵੱਧ ਵੀ ਜਾਣੀ। ਤੂੰ ਇਸੇ ਤਰ੍ਹਾਂ ਵਿਚਰਦਿਆਂ ਇੱਕ ਦਿਨ ਇਹਨਾਂ ਦੇ ਨਾਲ ਵੀ ਇੱਕ ਘਟਨਾ ਘਟੀ। ਕਹਿੰਦੇ ਹੁਣ ਉਹਦਾ ਜ਼ਿਕਰ ਤੁਹਾਨੂੰ ਸੁਣਾਉਂਦੇ ਹਾਂ ਕਿ ਗੰਗੂ ਸ਼ਾਹੀਆਂ ਦੇ ਵਿੱਚ ਗੰਗੂ ਦਾਸੀਨ ਕੋ ਤੈਂ ਡੇਰਾ ਪੀਇਓ। ਜਿੱਥੇ ਇਹ ਉਤਰੇ ਹੋਏ ਸੀ ਭਾਈ ਮੇਹਰ ਸਿੰਘ ਜੀ, ਉਸੇ ਪਿੰਡ 'ਚੋਂ ਗੰਗੂ ਦਾਸੀਏ ਵੀ ਉਤਰੇ ਹੋਏ ਸੀ। ਗੰਗੂ ਸ਼ਾਹੀਏ ਜਿਨ੍ਹਾਂ ਨੂੰ ਕਹਿ ਦਿੰਦੇ ਆ, ਉਹ ਵੀ ਉਤਰੇ ਹੋਏ, ਉਹਨਾਂ ਦਾ ਮੰਤ ਸੀ, ਉਹ ਵੀ ਉਤਰਿਆ ਹੋਇਆ ਸੀ। ਖੜਗ ਸਿੰਘ ਗੁਰੂ ਵੱਡੋ ਅਖਵਾਵੇ। ਗੰਗੂ ਸ਼ਾਹੀਆਂ ਦੇ ਵਿੱਚ ਉਹਨਾਂ ਦਾ ਮਹੰਤ ਸੀ, ਉਹਦਾ ਨਾਂ ਸੀ ਖੜਗ ਸਿੰਘ। ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਤੇ ਗੰਗੂ ਸ਼ਾਹੀਆਂ ਕੋਲੋਂ ਆਪਣੀ ਪੂਜਾ ਕਰਾਉਂਦਾ ਸੀ। ਉਹ ਵੀ ਉਤਰਿਆ ਹੋਇਆ ਉਸੇ, ਉਹਦਾ ਵੀ ਉਤਾਰਾ ਹੋ ਗਿਆ। ਦੇਵਨੇਤ ਭਾਈ ਮੇਹਰ ਸਿੰਘ ਵੀ ਉੱਥੇ ਉਤਰ ਗਏ। ਕਿਵੇਂ ਹੋਇਆ ਉਹ ਸਾਰਾ ਕੁਝ? ਕਹਿੰਦੇ ਉਹ ਸੁਭਾਵਕ ਜਿਵੇਂ ਹੋ ਗਿਆ, ਪਤਾ ਨਹੀਂ ਸੀ ਨਾ ਭਾਈ ਮੇਹਰ ਸਿੰਘ ਹੋਣਾ ਨੂੰ ਪਤਾ ਸੀ ਤੇ ਨਾ ਹੀ ਖੜਗ ਸਿੰਘ ਨੂੰ ਪਤਾ ਸੀ ਵੀ ਉੱਥੇ ਮੇਹਰ ਸਿੰਘ ਉਤਰਿਆ ਹੋਇਆ। ਉਦਾਂ ਆਪਸੀ ਬਹਿਸਬਾਜ਼ੀ ਸੀਗੀ, ਤਕਰਾਰਬਾਜ਼ੀ ਹੋ ਜਾਂਦੀ ਸੀ, ਵਿਚਾਰਕ ਮਤਭੇਦ। ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ। ਭਾਈ ਮੇਹਰ ਸਿੰਘ ਜੀ ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਨੇ, ਕਲਗੀਧਰ ਨੇ। ਉਹ ਕਹਿੰਦਾ ਸੀ ਮੈਂ ਗੁਰੂ ਆ ਖੜਗ ਸਿੰਘ। ਇੱਕ ਸਿੱਖ ਦੇ ਘਰ ਇਹਨਾਂ ਦਾ ਉਤਾਰਾ ਹੋ ਗਿਆ। ਜਿਹੜਾ ਸਿੱਖ ਸੀ ਉਹ ਤਿਆਰ ਬਰ ਤਿਆਰ ਸੀ। ਉਹ ਭਾਈ ਮੇਹਰ ਸਿੰਘ ਹੋਣਾ ਨਾਲ ਪ੍ਰੇਮ, ਜਿਹੜੀ ਉਹ ਸਿੱਖ ਦੀ ਘਰ ਵਾਲੀ ਸੀ, ਉਹਦੇ ਜਿਹੜੇ ਪੇਕੇ ਸੀ ਉਹ ਗੰਗੂ ਸ਼ਾਹੀਏ ਸੀ। ਸਿੰਘ ਨੇ ਕੀ ਕੀਤਾ, ਭਾਈ ਮੇਹਰ ਸਿੰਘ ਹੋਣਾ ਨੂੰ ਸੱਦ ਲਿਆ ਤੇ ਜਿਹੜੀ ਉਹਦੀ ਘਰ ਵਾਲੀ ਸੀ ਉਹਨੇ ਆਪਣੇ ਪੇਕਿਆਂ ਨੂੰ ਸੱਦਿਆ ਹੋਇਆ ਤੇ ਪੇਕੇ ਉਹਦੇ ਆ ਰਹੇ ਤੇ ਰਸਤੇ 'ਚ ਖੜਗ ਸਿੰਘ ਮਿਲ ਗਿਆ। ਕਹਿੰਦੇ ਚਲੋ ਅਸੀਂ ਆਪਣੀ ਧੀ ਰਾਣੀ ਦੇ ਘਰ ਚੱਲੇ, ਉਹਨਾਂ ਨੇ ਪ੍ਰਸ਼ਾਦਾ ਛਕਾਉਣਾ ਤੇ ਗੁਰੂ ਜੀ ਤੁਸੀਂ ਵੀ ਆ ਜਾਓ। ਉਸ ਘਰ ਵਿੱਚ ਦੋਹਾਂ ਦਾ ਮੇਲ ਹੋ ਗਿਆ। ਉੱਥੇ ਫਿਰ ਜਿਵੇਂ ਵਰਤੀ ਘਟਨਾ, ਉਹ ਕਥਾ ਆਪ ਦੀ ਕੱਲ ਦੇ ਪ੍ਰਸੰਗ 'ਚ ਸਰਵਣ ਕਰੋਗੇ ਕਿ ਕਿਵੇਂ ਗੁਰੂ ਦੀ ਕਲਾ ਪ੍ਰਤੱਖ ਵਰਤੀ। ਪਹਿਲਾਂ ਲੜਾਈ ਤੱਕ ਵੀ ਨੌਬਤ ਪਹੁੰਚੀ, ਫਿਰ ਬਾਅਦ ਵਿੱਚ ਗੁਰੂ ਸਾਹਿਬ ਦੇ ਉੱਤੇ ਸਾਰੀ ਖੇਡ ਛੱਡੀ ਵੀ ਕਲਗੀਧਰ ਪਾਤਸ਼ਾਹ ਪ੍ਰਤੱਖ ਵਰਤਦੇ ਆਪਣੇ ਪੰਥ ਵਿੱਚ। ਕਿਵੇਂ ਵਰਤਦੇ ਐ ਉਹ ਪ੍ਰਸੰਗ ਪ੍ਰਗਟ ਕਰਕੇ ਭਾਈ ਮੇਹਰ ਸਿੰਘ ਹੋਣਾ ਨੇ ਵਿਖਾਇਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।
ਗੁਰੂ ਘਰ ਦਾ ਪਾਵਨ ਇਤਿਹਾਸ ਹੈ, ਪੰਥ ਦਾ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖਿਆ ਮੈਂ। ਕੱਲ੍ਹ ਅਸ਼ਟਮ ਬਲਬੀਰਾ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਗੁਰੂ ਸਾਹਿਬ ਦੇ ਪਾਵਨ ਦਰਬਾਰ 'ਚ ਹਾਜ਼ਰੀਆਂ ਭਰ ਕੇ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾਉਣ ਵਾਲੇ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ। ਬੇਨਤੀ ਹੈ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੋ ਗਊਸ਼ਾਲਾ ਰੋਡ ਤੇ ਹੈ, ਉੱਥੋਂ ਕੱਲ ਸ਼ਾਮ ਨੂੰ ਨਗਰ ਕੀਰਤਨ ਜਿਹੜਾ ਹੈ 3 ਵਜੇ ਉਹ ਪ੍ਰਾਰੰਭ ਹੋਵੇਗਾ, ਜੋ ਸ਼ਹਿਰ ਦੇ ਬਾਜ਼ਾਰਾਂ 'ਚੋਂ ਹੁੰਦਿਆਂ ਸ਼ੇਰੇ ਪੰਜਾਬ ਮਾਰਕੀਟ ਤੋਂ ਹੁੰਦਿਆਂ ਮੁੜ ਕੇ ਸਮਾਪਤੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਹੋਵੇਗੀ। ਸੰਗਤਾਂ ਨੂੰ ਬੇਨਤੀ ਹੈ ਨਗਰ ਕੀਰਤਨਾਂ ਵਿੱਚ ਹਾਜ਼ਰੀਆਂ ਭਰ ਕੇ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ, 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 ਜਿਸ ਡਿਠੇ ਸਭ ਦੁਖ ਜਾਏ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ, ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਬੇਕ, ਪਰੰਪਰ ਹਰ ਹਰੇ, ਹੈ ਪੀਓਵਣ ਹਾਰੇ, ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾ ਕੋਈ ਐ ਪਰੋਏ, ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤੋ, ਨਾਨਕ ਓਤ ਨਿਆਲ, ਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਤੁਰ ਪਾਰੇ ਉਤਾਰ ਨਿਆਰ, ਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਤੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।